वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 285। ਕਾਂਡ 18ਵਾਂ ਆਪਣਾ ਰਾਜ। ਸਿੱਖ ਮਨਾਂ ਵਿੱਚੋਂ ਪ੍ਰਭੂਤਾ ਸੰਪੰਨ ਸਿੱਖ ਰਾਜ ਦਾ ਸੰਕਲਪ ਕਦੇ ਵੀ ਬਹੁਤਾ ਦੂਰ ਨਹੀਂ ਰਿਹਾ। ਗੁਰੂ ਗੋਬਿੰਦ ਸਿੰਘ ਦੇ ਦਿਨਾਂ ਤੋਂ ਹੀ ਸਿੱਖ ਸੰਗਤ ਰਾਜ ਕਰੇਗਾ ਖਾਲਸਾ ਦੇ ਸ਼ਬਦ ਹਰ ਰੋਜ਼ ਆਪਣੀ ਰੋਜ਼ਾਨਾ ਅਰਦਾਸ ਪਿੱਛੋਂ ਉਚਰਦੀ ਰਹੀ ਹੈ। ਇਸ ਇੱਛਾ ਦੀ ਪੂਰਤੀ ਲਈ ਅਣਗਿਣਤ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ। ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਕਾਇਮ ਹੋਣ ਨਾਲ ਉਹਨਾਂ ਦਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਸਿੱਖਾਂ ਦੀ ਕਿਸਮਤ ਵਿੱਚ ਰਾਜ ਕਰਨਾ ਹੀ ਲਿਖਿਆ ਹੈ। ਰਾਜ ਦਾ ਪਤਨ ਇੱਕ ਆਰਜੀ ਧੱਕਾ ਹੀ ਸੀ ਤੇ ਸ਼ੁਰੂ ਵਿੱਚ ਅੰਗਰੇਜ਼ਾਂ ਪ੍ਰਤੀ ਵਫਾਦਾਰੀ ਦੇ ਬਾਵਜੂਦ ਜਦੋਂ ਭਾਰਤ ਲਈ ਹੋਮ ਰੂਲ ਦੀ ਚਰਚਾ ਹੁੰਦੀ ਸੀ, ਸਿੱਖ ਨੇਤਾਵਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ, ਜੇ ਅੰਗਰੇਜ਼ਾਂ ਨੇ ਜਾਣਾ ਹੀ ਹੈ ਤਾਂ ਉਚਿਤ ਇਹੋ ਹੈ ਕਿ ਉਹ ਪੰਜਾਬ ਸਿੱਖਾਂ ਦੇ ਹਵਾਲੇ ਕਰਕੇ ਜਾਣ, ਜਿਨ੍ਹਾਂ ਤੋਂ ਉਹਨਾਂ ਨੇ ਗਲਤ ਢੰਗ ਨਾਲ ਖੋਹਿਆ ਹੈ। ਸਿੱਖਾਂ ਨੇ ਸਰਕਾਰ ਦੇ ਬਦਲਦੇ ਸੰਕਲਪਾਂ ਤੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਚਾਰਾਂ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ ਨੇ ਬਹੁ ਗਿਣਤੀ ਦੇ ਰਾਜ ਦਾ ਸੰਕਲਪ ਲਿਆਂਦਾ, ਜਿਸ ਦਾ ਭਾਵ ਇਹ ਸੀ ਕਿ ਗਿਣਤੀ ਦੇ ਮੁਕਾਬਲੇ ਸਾਹਸ ਤੇ ਮਿਲਕ ਜਾਇਦਾਦ ਦਾ ਕੋਈ ਮਹੱਤਵ ਨਹੀਂ ਸੀ, ਤੇ ਗਿਣਤੀ ਦੇ ਪੱਖੋਂ ਤਾਂ ਪੰਜਾਬ ਵਿੱਚ ਸਿੱਖ ਵਸੋਂ ਮਸਾਂ 12-13% ਸੀ ਤੇ ਭਾਰਤ ਦੀ ਕੁੱਲ ਵਸੋਂ ਵਿੱਚ ਸਿੱਖ 1% ਸਨ। ਜੇ ਰਾਜ ਕਰਨ ਦਾ ਅਧਿਕਾਰ ਸਿਰਾਂ ਦੀ ਗਿਣਤੀ ਨਾਲ ਨਿਰਧਾਰਿਤ ਕੀਤਾ ਜਾਣਾ ਹੈ ਤਾਂ ਫਿਰ ਭਾਰਤ ਦੇ ਬਹੁਤੇ ਹਿੱਸੇ ਤੇ ਹਿੰਦੂ ਰਾਜ ਕਰਨਗੇ ਤੇ ਮੁਸਲਿਮ ਬਹੁਗਿਣਤੀ ਦੇ ਖੇਤਰ ਸਣੇ ਪੰਜਾਬ ਦੇ ਮੁਸਲਮਾਨਾਂ ਦੇ ਅਧੀਨ ਹੋਣਗੇ। ਸਿੱਖਾਂ ਦੀ ਸਾਰੀ ਤਾਕਤ ਇਸ ਪਾਸੇ ਲੱਗੀ ਹੋਈ ਸੀ ਕਿ ਪੰਜਾਬ ਉੱਪਰ ਰਾਜ ਕਰਨ ਦੇ ਮੁਸਲਮਾਨਾਂ ਦੇ ਮਨਸੂਬੇ ਨੂੰ ਅਸਫਲ ਬਣਾਉਣ। ਸਿੱਖ ਨੇਤਾਵਾਂ ਦੀ ਪਹਿਲੀ ਚਾਲ ਇਹ ਸੀ ਕਿ ਉਹ ਲੋਕਤੰਤਰੀ ਦਲੀਲ ਦੀ ਮੁਸਲਮਾਨਾਂ ਵਿਰੁੱਧ ਵਰਤੋਂ ਕਰਨ। ਉਹਨਾਂ ਨੇ ਸਾਂਝੇ ਚੋਣ ਹਲਕਿਆਂ ਦੀ ਮੰਗ ਲਈ ਹਿੰਦੂਆਂ ਦਾ ਸਾਥ ਦਿੱਤਾ ਤੇ ਘੱਟ ਗਿਣਤੀਆਂ ਦੇ ਖਾਸ ਅਧਿਕਾਰਾਂ ਦੇ ਖਾਤਮੇ ਦੀ ਮੰਗ ਕੀਤੀ, ਕਿਉਂਕਿ ਉਹਨਾਂ ਦੇ ਖਿਆਲ ਇਸ ਤਰ੍ਹਾਂ ਮੁਸਲਮਾਨਾਂ ਦੀ ਫਿਰਕਾਪ੍ਰਸਤੀ ਕਮਜ਼ੋਰ ਹੋ ਜਾਵੇਗੀ। ਜਦੋਂ ਮੁਸਲਮਾਨ ਵੱਖਰੇ ਚੋਣ ਹਲਕਿਆਂ ਤੇ ਅਧਿਕਾਰ ਲੈਣ ਵਿੱਚ ਕਾਮਯਾਬ ਹੋ ਗਏ ਤਾਂ ਸਿੱਖਾਂ ਨੇ ਆਪਣੇ ਲਈ ਵੀ ਉਹ ਅਧਿਕਾਰ ਤੇ ਰਿਆਇਤਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ, ਤਾਂ ਜੋ ਉਹਨਾਂ ਦਾ ਮਹੱਤਵ ਹਿੰਦੂਆਂ ਨਾਲ ਮਿਲਣ ਮਗਰੋਂ ਮੁਸਲਮਾਨਾਂ ਨਾਲੋਂ ਵਧੇਰੇ ਹੋ ਜਾਵੇ। ਉਹਨਾਂ ਨੇ ਆਪਣੇ ਢੰਗ ਤਰੀਕੇ 20 ਸਾਲ ਲਈ ਅਪਣਾਏ ਤੇ ਫਿਰ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਕੋਈ ਵੀ ਸਰਕਾਰ ਮੁਸਲਮਾਨਾਂ ਦੀ ਬਹੁਗਿਣਤੀ ਨੂੰ ਘੱਟ ਗਿਣਤੀ ਵਿੱਚ ਤਬਦੀਲ ਨਹੀਂ ਕਰ ਸਕਦੀ। ਫਿਰ ਵਿਰੋਧ ਦਾ ਤੀਸਰਾ ਰਾਹ ਲੱਭ ਲਿਆ ਗਿਆ, ਜਿਸ ਅਨੁਸਾਰ ਪੰਜਾਬ ਦੀ ਦੁਬਾਰਾ ਹੱਦਬੰਦੀ ਕਰਨ ਦੀ ਤੇ ਗੈਰ ਮੁਸਲਿਮ ਬਹੁਗਿਣਤੀ ਵਾਲੇ ਖੇਤਰਾਂ ਨਾਲੋਂ ਮੁਸਲਿਮ ਬਹੁਗਿਣਤੀ ਵਾਲੇ ਪੱਛਮ ਦੇ ਖੇਤਰਾਂ ਨੂੰ ਅੱਡ ਕਰਨ ਦੀ ਮੰਗ ਕੀਤੀ ਗਈ। ਇਸ ਤਜਵੀਜ਼ ਉੱਪਰ ਕਿਸੇ ਨੇ ਧਿਆਨ ਨਾ ਦਿੱਤਾ। 1935 ਦੇ ਗੌਰਮੈਂਟ ਐਕਟ ਆਫ ਇੰਡੀਆ ਨੇ ਸਿੱਖਾਂ ਦੇ ਡਰ ਭੈ ਨੂੰ ਸਹੀ ਸਾਬਿਤ ਕਰ ਦਿੱਤਾ। ਪੰਜਾਬ ਨੂੰ ਵੀ ਭਾਰਤ ਦੇ ਦੂਸਰੇ ਸੂਬਿਆਂ ਵਾਂਗ ਖੁਦਮੁਖਤਾਰੀ ਮਿਲ ਗਈ। ਮੁਸਲਿਮ ਪ੍ਰਭਾਵ ਵਾਲੀ ਯੂਨੀਅਨਿਸਟ ਪਾਰਟੀ ਹੱਥ ਰਾਜ ਦੀ ਵਾਂਗਡੋਰ ਆ ਗਈ ਤੇ ਉਸਨੇ ਆਪਣੀ ਵਧੀ ਹੋਈ ਤਾਕਤ ਨਾਲ ਸਿੱਖ ਪ੍ਰਤੀਨਿਧਤਾ ਨੂੰ ਉਹਨਾਂ ਦੀ ਗਿਣਤੀ ਅਨੁਸਾਰ ਘਟਾਉਣ ਦੀ ਨੀਤੀ ਨੂੰ ਜਾਰੀ ਰੱਖਿਆ। ਸਿੱਖ ਰਾਜ ਦਾ ਸੰਕਲਪ ਮੁੜ ਸੁਰਜੀਤ ਕੀਤਾ ਗਿਆ। ਜਿਉਂ ਹੀ ਮੁਸਲਮਾਨਾਂ ਦੀ ਪਾਕਿਸਤਾਨ ਲਈ ਮੰਗ ਉੱਭਰੀ, ਇਹ ਸੰਕਲਪ ਵੀ ਜ਼ੋਰ ਫੜ ਗਿਆ। ਬਰਤਾਨੀਆ ਵੱਲੋਂ ਸੱਤਾ ਤਿਆਗ ਦੇਣ ਦੇ ਪਹਿਲੇ ਸੰਕਟਮਈ ਸਾਲਾਂ ਵਿੱਚ ਸਿੱਖ ਨੇਤਾ ਹੌਸਲੇ ਨਾਲ ਸਿੱਖ ਰਾਜ ਦੀ ਮੰਗ ਕਰਨ ਦੀ ਥਾਂ ਕਾਂਗਰਸ ਨੇਤਾਵਾਂ ਦੀ ਅਗਵਾਈ ਪ੍ਰਵਾਨ ਕਰਦੇ ਰਹੇ ਤੇ ਅਜਿਹੇ ਵਿਚਾਰ ਕੇਵਲ ਪਾਕਿਸਤਾਨ ਦੀ ਮੰਗ ਦਾ ਵਿਰੋਧ ਕਰਨ ਲਈ ਪੇਸ਼ ਕਰਦੇ ਰਹੇ। ਇਤਿਹਾਸਿਕ, ਆਰਥਿਕ, ਦਰਿਆਈ ਨਕਸ਼ੇ ਤੇ ਭੂਗੋਲਿਕ ਪੱਖੋਂ ਵਿਚਾਰਾਂ ਨੂੰ ਗੈਰ ਮੁਸਲਿਮ ਪੰਜਾਬ ਦਾ ਆਕਾਰ ਵਧਾ ਕੇ ਦੱਸਣ ਲਈ ਪੇਸ਼ ਕੀਤਾ ਗਿਆ, ਤਾਂ ਜੋ ਬਾਕੀ ਬਚਿਆ ਪੰਜਾਬ ਇੱਕ ਮਜ਼ਾਕ ਬਣ ਕੇ ਰਹਿ ਜਾਏ। ਕਿਸੇ ਨੇ ਵੀ ਇਸ ਪਹੁੰਚ ਨੂੰ ਗੰਭੀਰਤਾ ਨਾਲ ਨਾ ਲਿਆ। ਜੰਗ ਦੇ ਖਾਤਮੇ ਤੇ ਕਮਿਊਨਿਸਟਾਂ ਨੇ ਸਿੱਖ ਹੋਮਲੈਂਡ ਯੋਜਨਾ ਤਿਆਰ ਕੀਤੀ ਸੀ। ਇਹ 1945-46 ਦੀਆਂ ਚੋਣਾਂ ਦੇ ਆਰੰਭ ਵੇਲੇ ਹੀ ਸੀ ਤੇ ਇਹ ਸਿੱਖ ਜਨਤਾ ਨੂੰ ਪਤਿਆਉਣ ਲਈ
ਤਿਆਰ ਕੀਤੀ ਗਈ ਸੀ, ਕਿਉਂਕਿ ਸਿੱਖ ਕਮਿਊਨਿਸਟਾਂ ਨਾਲ ਉਹਨਾਂ ਦੇ ਪਾਕਿਸਤਾਨ ਦੀ ਮੰਗ ਤੇ ਗਰਮਜੋਸ਼ੀ ਨਾਲ ਸਮਰਥਨ ਤੋਂ ਗੁੱਸੇ ਸਨ। ਸਿੱਖ ਹੋਮਲੈਂਡ ਦੀ ਸਕੀਮ ਸੀ ਜੀ ਅਧਿਕਾਰੀ ਨੇ ਤਿਆਰ ਕੀਤੀ ਸੀ, ਜਿਸ ਨੇ 2 ਸਾਲ ਪਹਿਲਾਂ ਇਸ ਮੰਗ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਇਹ ਅਗਾਂਹਵਧੂ ਰਾਸ਼ਟਰਵਾਦੀ ਸਿੱਖਾਂ ਦੀ ਮੰਗ ਨਹੀਂ ਹੋ ਸਕਦੀ। 25 ਜਨਵਰੀ 1943 ਨੂੰ ਅਧਿਕਾਰੀ ਨੇ ਪ੍ਰੋਫੈਸਰ ਮਿਸ਼ਰਾ ਨੂੰ ਇੱਕ ਖਤ ਵਿੱਚ ਲਿਖਿਆ ਕਿ ਆਜ਼ਾਦ ਪੰਜਾਬ ਦੀ ਮੰਗ ਤਰੱਕੀ ਪਸੰਦ ਸਿੱਖ ਰਾਸ਼ਟਰਵਾਦੀਆਂ ਦੀ ਮੰਗ ਨਹੀਂ ਹੈ। ਇਹ ਪੰਜਾਬ ਵਿੱਚ ਮੁਸਲਮਾਨਾਂ ਦੀ ਖੁਦਮੁਖਤਿਆਰੀ ਦੀ ਮੰਗ ਦਾ ਮੋੜਵਾਂ ਉੱਤਰ ਜਾਂ ਤੋੜ ਹੈ। ਇਹ ਸਿੱਖਾਂ ਦੇ ਹਿੱਤ ਵਿੱਚ ਨਹੀਂ ਕਿ ਉਹ ਪੰਜਾਬ ਦੇ ਮੁਸਲਮਾਨਾਂ ਦੀ ਮੰਗ ਮੰਨ ਲੈਣ ਤੇ ਉਹ ਆਪਣੀ ਖੁਦਮੁਖਤਿਆਰੀ ਦੀ ਮੰਗ ਮਨਵਾ ਲੈਣ। ਜਿਉਂ ਹੀ ਪੰਜਾਬ ਦੇ ਬਟਵਾਰੇ ਦੀ ਤਾਰੀਖ ਨੇੜੇ ਆਈ, ਸਿੱਖ ਨੇਤਾ ਦੁਵਿਧਾ ਵਿੱਚ ਪੈ ਗਏ ਕਿ ਉਹ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸ ਨਾਲ ਜਾਣ। ਜਿਨਾਹ ਨੇ ਉਹਨਾਂ ਨੂੰ ਕਿਹਾ ਕਿ ਜੇ ਉਹਨਾਂ ਪਾਕਿਸਤਾਨ ਵਿੱਚ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਹ ਉਹਨਾਂ ਦੀ ਜਾਨ, ਮਾਲ ਜਾਇਦਾਦ, ਧਰਮ ਦੀ ਆਜ਼ਾਦੀ ਤੇ ਜੋ ਅਧਿਕਾਰ ਉਹਨਾਂ ਨੂੰ ਅੰਗਰੇਜ਼ਾਂ ਸਮੇਂ ਮਿਲੇ, ਉਹਨਾਂ ਦੀ ਸੁਰੱਖਿਆ ਦੀ ਜ਼ਾਮਨੀ ਦੇਵੇਗਾ। ਦੂਸਰੇ ਪਾਸੇ ਕਾਂਗਰਸ ਦੇ ਨੇਤਾਵਾਂ ਨੇ, ਜਿਨ੍ਹਾਂ ਨਾਲ ਉਹਨਾਂ ਦੇ ਮੁਸਲਿਮ ਲੀਗ ਦੇ ਨੇਤਾਵਾਂ ਨਾਲੋਂ ਵਧੇਰੇ ਨਿਕਟਵਰਤੀ ਸੰਬੰਧ ਸਨ, ਕਈ ਵਾਰ ਤਸੱਲੀ ਦਿਵਾਈ ਕਿ ਭਾਰਤ ਨੂੰ ਉਹ ਆਪਣਾ ਘਰ ਸਮਝਣ। ਮਾਰਚ 1931 ਵਿੱਚ ਗੁਰਦੁਆਰਾ ਸ਼ੀਸ਼ਗੰਜ ਵਿੱਚ ਬੋਲਦਿਆਂ ਮਹਾਤਮਾ ਗਾਂਧੀ ਨੇ ਕਿਹਾ, ਸਿੱਖ ਮਿੱਤਰਾਂ ਨੂੰ ਕੋਈ ਐਸਾ ਡਰ ਨਹੀਂ ਹੋਣਾ ਚਾਹੀਦਾ ਕਿ ਕਾਂਗਰਸ ਉਹਨਾਂ ਨਾਲ ਧੋਖਾ ਕਰੇਗੀ, ਕਿਉਂਕਿ ਜਦੋਂ ਵੀ ਉਸਨੇ ਐਸਾ ਕੀਤਾ ਉਸ ਨਾਲ ਕਾਂਗਰਸ ਤੇ ਮੁਲਕ ਦੀ ਵੀ ਬਰਬਾਦੀ ਹੋਵੇਗੀ। ਇਸ ਦੇ ਉਪਰੰਤ ਸਿੱਖ ਇੱਕ ਮਹਾਨ ਕੌਮ ਹਨ। ਜੇ ਮੌਕਾ ਆ ਵੀ ਜਾਵੇ ਤਾਂ ਉਹ ਜਾਣਦੇ ਹਨ ਕਿ ਕਿਵੇਂ ਸ਼ਸਤਰਧਾਰੀ ਹੋ ਕੇ ਆਪਣੇ ਹੱਕਾਂ ਦੀ ਰਖਵਾਲੀ ਕੀਤੀ ਜਾਂਦੀ ਹੈ। ਜਿਸ ਸਮੇਂ ਬਰਤਾਨਵੀ ਹੱਥਾਂ ਵਿੱਚ ਹਕੂਮਤ ਭਾਰਤੀ ਹੱਥਾਂ ਵਿੱਚ ਦੇਣ ਦੀ ਗੱਲਬਾਤ ਚੱਲ ਰਹੀ ਸੀ ਤਾਂ ਜਵਾਹਰ ਲਾਲ ਨਹਿਰੂ ਨੇ ਜੁਲਾਈ 1946 ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਵਿੱਚ ਬੋਲਦਿਆਂ ਸਿੱਖਾਂ ਨੂੰ ਹੋਰ ਵੀ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਅਧਿਕਾਰਾਂ ਦੇ ਹੱਕਦਾਰ ਹਨ। ਮੈਨੂੰ ਇਸ ਵਿੱਚ ਕੋਈ ਗਲਤ ਗੱਲ ਨਹੀਂ ਜਾਪਦੀ ਜੇ ਉਹਨਾਂ ਲਈ ਵੀ ਉੱਤਰ ਵਿੱਚ ਇੱਕ ਖਿੱਤਾ ਜਾਂ ਖੇਤਰ ਹੋਵੇ ਜਿੱਥੇ ਸਿੱਖ ਵਧੇਰੇ ਚਮਕ ਦਮਕ ਤੇ ਠਾਠ ਨਾਲ ਰਹਿ ਸਕਣ। ਸਿੱਖ ਨੇਤਾਵਾਂ ਨੇ ਫੈਸਲਾ ਕਰ ਲਿਆ ਕਿ ਉਹ ਆਪਣੇ ਫਿਰਕੇ ਦਾ ਭਵਿੱਖ ਜਿਨਾਹ ਦੇ ਇਕਰਾਰਾਂ ਤੇ ਪ੍ਰਤਿਗਿਆਵਾਂ ਦੇ ਕੋਲ ਗਿਰਵੀ ਨਹੀਂ ਰੱਖਣਗੇ, ਜਿਸਨੇ ਉੱਤਰ ਪੱਛਮੀ ਪੰਜਾਬ ਦੇ ਮੁਸਲਮਾਨਾਂ ਨੂੰ ਸਿੱਖਾਂ ਦੀ ਮਾਰ ਧਾੜ ਤੇ ਘਰਾਂ ਤੋਂ ਉਜਾੜ ਕੇ ਬਾਹਰ ਕੱਢਣ ਤੋਂ ਨਹੀਂ ਰੋਕਿਆ ਸੀ। ਸਦੀਆਂ ਦੇ ਸਿੱਖਾਂ ਮੁਸਲਮਾਨਾਂ ਦੇ ਵੈਰ ਨੇ ਵੀ ਜਿਨਾਹ ਨਾਲ ਸਮਝੌਤੇ ਉੱਪਰ ਆਪਣਾ ਭੈੜਾ ਪ੍ਰਭਾਵ ਪਾਇਆ। ਸਿੱਖ ਹਿੰਦੂਆਂ ਨਾਲ ਵਧੇਰੇ ਸੁਰੱਖਿਅਤ ਅਨੁਭਵ ਕਰਦੇ ਸਨ, ਜਿਨ੍ਹਾਂ ਨਾਲ ਮੁਸਲਮਾਨਾਂ ਦੇ ਨਾਲੋਂ ਉਹਨਾਂ ਦੀਆਂ ਵਧੇਰੇ ਸਾਂਝਾਂ ਸਨ। ਅਖੀਰ ਜਦੋਂ ਬਟਵਾਰੇ ਦੀ ਰੇਖਾ ਖਿੱਚੀ ਗਈ ਤਾਂ ਲਗਭਗ ਅੱਧੀ ਸਿੱਖ ਆਬਾਦੀ ਹੱਦ ਤੋਂ ਪਾਰ ਪਾਕਿਸਤਾਨ ਵਿੱਚ ਰਹਿ ਗਈ ਤੇ ਉਸ ਨੇ ਆਪਣੇ ਘਰ ਘਾਟ, ਮਿਲਖਾਂ, ਜਾਇਦਾਦਾਂ ਛੱਡ ਛੁਡਾ ਕੇ ਅਨਿਸ਼ਚਿਤ ਭਵਿੱਖ ਲੈ ਕੇ ਭਾਰਤ ਵੱਲ ਸਫ਼ਰ ਕੀਤਾ। ਜਿਹੜੇ ਪਾਕਿਸਤਾਨ ਛੱਡਣ ਤੋਂ ਝਿਜਕਦੇ ਰਹੇ ਉਹਨਾਂ ਨੂੰ ਕਤਲ ਕਰਕੇ ਮਾਰ ਧਾੜ ਨਾਲ ਕੱਢ ਦਿੱਤਾ ਗਿਆ। ਵੰਡ ਵੇਲੇ ਦੀ ਅਰਾਜਕਤਾ ਵਿੱਚ ਕੁਝ ਸਿੱਖ ਪੂਰਬੀ ਪੰਜਾਬ ਵਿੱਚ ਆਪਣੀ ਹਕੂਮਤ ਕਾਇਮ ਕਰਨ ਲਈ ਉਤਸ਼ਾਹਿਤ ਹੋ ਗਏ। 100 ਸਾਖੀ ਦੀ ਇੱਕ ਹੋਰ ਜਿਲਦ ਕਿਧਰੋਂ ਕੱਢ ਲਿਆਂਦੀ ਗਈ, ਜਿਸ ਵਿੱਚ 1947 ਈਸਵੀ ਵਿੱਚ ਪਟਿਆਲਾ ਦੇ ਯਾਦਵਿੰਦਰ ਸਿੰਘ ਲਈ ਤਾਜ ਦੀ ਭਵਿੱਖਬਾਣੀ ਕੀਤੀ ਗਈ ਸੀ। ਮੋਤੀ ਬਾਗ ਮਹਿਲ ਵਿੱਚ ਵਿਸ਼ਾਲ ਪਟਿਆਲਾ ਦੀ ਹੀ ਆਮ ਚਰਚਾ ਸੀ। ਵਧੇਰੇ ਹਕੀਕਤ ਪਸੰਦ ਮਹਾਰਾਜਾ ਫਰੀਦਕੋਟ ਨੇ ਮਹਾਰਾਜਾ ਪਟਿਆਲੇ ਤੋਂ ਬਿਨਾਂ ਹੀ ਸਿੱਖ ਰਾਜ ਦੀ ਸਥਾਪਨਾ ਦਾ ਪ੍ਰਚਾਰ ਕੀਤਾ। ਆਜ਼ਾਦ ਹਿੰਦ ਫੌਜ ਦੇ ਸਿੱਖਾਂ ਨੇ ਆਪ ਫੌਜੀ ਰਾਜ ਪਲਟਾਂ ਕਰਨ ਦੀਆਂ ਡੀਂਗਾਂ ਮਾਰੀਆਂ। ਰਾਜਿਆਂ ਦੀਆਂ ਕਲਪਨਾਵਾਂ ਵਾਂਗ ਉਹਨਾਂ ਦੀਆਂ ਸੋਚਾਂ ਵੀ ਉਹਨਾਂ ਦੇ ਦਿਮਾਗਾਂ ਦੇ ਵਾਸ਼ਪਾਂ ਦੀ ਰਚਨਾ ਸਨ। ਉਹ ਸੁਪਨੇ ਹੀ ਲੈਂਦੇ ਸਨ ਤੇ ਸਾਹਸ ਘੱਟ ਹੀ ਕਰਦੇ ਸਨ। ਬਟਵਾਰੇ ਨਾਲ ਇੱਕ ਨਵੀਂ ਸਥਿਤੀ ਪੈਦਾ ਹੋ ਗਈ। ਪੱਛਮੀ ਪੰਜਾਬ ਤੋਂ ਆਏ ਸਿੱਖ ਕਾਸ਼ਤਕਾਰ ਤੇ ਜ਼ਿਮੀਂਦਾਰ ਪ੍ਰਵਾਸੀ ਘੱਗਰ ਦਰਿਆ ਤੱਕ ਜਾ ਕੇ ਰੁਕ ਗਏ, ਜਿਸ ਦਾ ਸਿੱਟਾ ਇਹ ਹੋਇਆ ਕਿ ਪੂਰਬੀ ਪੰਜਾਬ ਦੀਆਂ ਕੁਝ ਤਹਿਸੀਲਾਂ ਤੇ ਸਿੱਖ ਰਿਆਸਤਾਂ ਦੇ ਖੇਤਰ ਵਿੱਚ ਸਿੱਖਾਂ ਦੀ ਬਹੁ ਗਿਣਤੀ ਹੋ ਗਈ।
ਪਹਿਲੀ ਵਾਰ ਲੋਕਤੰਤਰੀ ਲੀਹਾਂ ਤੇ ਸਿੱਖ ਰਾਜ ਦੀ ਮੰਗ ਦਾ ਤਰਕ ਆਧਾਰਿਤ ਸਮਰਥਨ ਕੀਤਾ ਜਾ ਸਕਦਾ ਸੀ। ਆਜ਼ਾਦੀ ਮਗਰੋਂ ਦੇ ਹਾਲਾਤ ਨੇ ਬਹੁਤ ਸਾਰੇ ਸਿੱਖਾਂ ਦੇ ਮਨ ਵਿੱਚ ਆਪਣੇ ਆਪ ਨੂੰ ਹਿੰਦੂਆਂ ਨਾਲ ਜੋੜੇ ਜਾਣ ਦੇ ਫੈਸਲੇ ਦੀ ਸੂਝ ਤੇ ਸੰਦੇਹ ਪੈਦਾ ਕਰ ਦਿੱਤਾ। ਜ਼ਮੀਨ ਤੇ ਸ਼ਹਿਰੀ ਜਾਇਦਾਦ ਜੋ ਮੁਸਲਮਾਨ ਛੱਡ ਗਏ ਸਨ, ਉਹਦੇ ਲਈ ਹਫੜਾ ਦਫੜੀ ਨੇ ਦੋਹਾਂ ਫਿਰਕਿਆਂ ਵਿੱਚ ਤੇ ਮੁਸਲਮਾਨਾਂ ਵੱਲੋਂ ਛੱਡੀ ਹੋਈ ਜ਼ਮੀਨ ਜੋ ਹਰਿਆਣੇ ਦੇ ਹਿੰਦੂਆਂ ਦੇ ਕਬਜ਼ੇ ਹੇਠ ਸੀ, ਉਸ ਕਾਰਨ ਉਹਨਾਂ ਨਾਲ ਪ੍ਰਵਾਸੀ ਸਿੱਖਾਂ ਦੇ ਸੰਬੰਧ ਵਿਗੜ ਗਏ। ਸਿੱਖ ਪ੍ਰਵਾਸੀ ਸ਼ਾਸਨ ਵੱਲੋਂ ਮੁੜ ਵਸੇਬੇ ਲਈ ਕਰਜ਼ੇ ਮਨਜ਼ੂਰ ਕਰਨ ਵਿੱਚ ਲੱਗਦੀ ਦੇਰੀ ਕਰਕੇ ਵੀ ਗੁੱਸੇ ਵਿੱਚ ਸਨ। ਸਭ ਤੋਂ ਜ਼ਿਆਦਾ ਮਾਰ ਪੱਛਮੀ ਪੰਜਾਬ ਦੇ ਵਪਾਰੀ ਵਰਗ ਦੇ ਲੋਕਾਂ ਨੂੰ ਪਈ। ਉਹਨਾਂ ਦੀ ਪੂੰਜੀ ਰੁੜ ਗਈ ਸੀ। ਪੂਰਬੀ ਪੰਜਾਬ ਵਿੱਚ ਮੁਸਲਮਾਨ ਵਪਾਰੀ ਤੇ ਦੁਕਾਨਦਾਰ ਨਹੀਂ ਸੀ, ਜਿਨ੍ਹਾਂ ਦੀ ਥਾਂ ਉਹ ਆ ਮਲਦੇ, ਤੇ ਸਰਕਾਰ ਦੀ ਇਹ ਸਥਿਤੀ ਹੀ ਨਹੀਂ ਸੀ ਕਿ ਉਹਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਾਫੀ ਪੈਸਾ ਦੇ ਸਕਦੀ। ਬਹੁਤ ਜ਼ਿਆਦਾ ਮਾਣ ਮੱਤੇ ਹੋਣ ਕਾਰਨ ਉਹ ਮੰਗ ਵੀ ਨਹੀਂ ਸਕਦੇ ਸਨ, ਪਰੰਤੂ ਉਹਨਾਂ ਦੇ ਅਭਿਮਾਨ ਨੇ ਉਹਨਾਂ ਨੂੰ ਸਰਕਾਰ ਪ੍ਰਤੀ ਬਹੁਤ ਗੁੱਸੇ ਨਾਲ ਭਰ ਦਿੱਤਾ। ਜੇ ਕਦੇ ਵੀ ਉਹਨਾਂ ਲਈ ਕੁਝ ਨਾ ਕਰ ਸਕੀ ਤੇ ਉਹ ਹਿੰਦੂਆਂ ਨਾਲ ਵੀ ਗੁੱਸਾ ਕਰਨ ਲੱਗੇ, ਜਿਨ੍ਹਾਂ ਦੀਆਂ ਮੁਸੀਬਤਾਂ ਉਹਨਾਂ ਨੇ ਹੀ ਘਟਾਈਆਂ ਸਨ। ਉਹ ਆਪਣੇ ਆਪ ਨੂੰ ਪੁੱਛਦੇ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂਆਂ ਨੂੰ ਹਿੰਦੁਸਤਾਨ, ਪਰ ਸਿੱਖਾਂ ਨੂੰ ਕੀ ਮਿਲਿਆ? ਅਜਿਹੀ ਦਿਮਾਗੀ ਸਥਿਤੀ ਵਿੱਚ ਵਿਰੋਧ ਦੀ ਧੁਖ ਰਹੀ ਅੱਗ ਨੂੰ ਤਕਦੀਰ ਵਿਰੁੱਧ ਭੜਕਾ ਕੇ ਸਿੱਖ ਰਾਜ ਦੇ ਸੁਪਨੇ ਲੈਣੇ ਔਖੇ ਨਹੀਂ ਸਨ। ਸਿੱਖਾਂ ਨਾਲ ਨਜਿੱਠਦਿਆਂ ਸਰਕਾਰ ਨੇ ਘੱਟ ਹੀ ਸੂਝ ਸਿਆਣਪ ਵਰਤੀ। ਸੜਕੀ ਆਵਾਜਾਈ ਜਿਸ ਉੱਪਰ ਸਿੱਖਾਂ ਦੀ ਇਜਾਰੇਦਾਰੀ ਸੀ, ਉਸ ਦਾ ਕੌਮੀਕਰਨ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਆ ਕੇ ਵਸੇ ਹੋਏ ਸਿੱਖਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਗਿਆ, ਜੋ ਬਲਵਾਨ ਤੇ ਉਪਰੇ ਲੋਕਾਂ ਪ੍ਰਤੀ ਸੁਭਾਵਿਕ ਸੀ। ਕਲਕੱਤਾ ਵਿੱਚ ਉਹਨਾਂ ਦੇ ਟੈਕਸੀਆਂ ਤੇ ਬੱਸ ਸੇਵਾਵਾਂ ਉੱਪਰ ਕਬਜ਼ਾ। ਪੂਰਬੀ ਪਾਕਿਸਤਾਨ ਤੋਂ ਆ ਰਹੇ ਪ੍ਰਵਾਸੀ ਹਿੰਦੂਆਂ ਨੂੰ ਰੁਜ਼ਗਾਰ ਦੇਣ ਲਈ ਖਤਮ ਕਰਨਾ ਪਿਆ। ਵੱਖਰੇ ਚੋਣ ਹਲਕਿਆਂ ਤੇ ਸੰਪਰਦਾਇਕ ਰਿਆਸਤਾਂ ਦੇ ਖਾਤਮੇ ਨਾਲ ਤੇ ਨੌਕਰੀ ਵਿੱਚ ਆਉਣ ਲਈ ਲਿਖਤੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਉੱਪਰ ਜ਼ੋਰ ਦੇਣ ਕਾਰਨ ਸਿੱਖਾਂ ਤੇ ਬੜਾ ਮਾੜਾ ਪ੍ਰਭਾਵ ਪਿਆ। ਇਸ ਨੇ ਰੱਖਿਆ ਸੈਨਾਵਾਂ ਤੇ ਸਿਵਲ ਪ੍ਰਸ਼ਾਸਨ ਵਿੱਚ ਪਤਿਤਪੁਣੇ ਵਿੱਚ ਵਾਧਾ ਕਰ ਦਿੱਤਾ। ਬਹੁਤ ਸਾਰੇ ਸਿਵਲ ਪ੍ਰਸ਼ਾਸਨ ਤੇ ਫੌਜੀ ਕਰਮਚਾਰੀਆਂ ਨੇ ਵੇਖ ਲਿਆ ਕਿ ਇੱਕ ਧਰਮ ਨਿਰਪੇਖ ਵਿੱਚ ਉਹਨਾਂ ਨੂੰ ਨੌਕਰੀ ਬਚਾਉਣ ਲਈ ਕੇਸਾਧਾਰੀ ਬਣੇ ਰਹਿਣ ਦੀ ਲੋੜ ਨਹੀਂ, ਤੇ ਨਾ ਹੀ ਘੋਣ ਮੋਣ ਹੋਣ ਨਾਲ ਉਹਨਾਂ ਦੀ ਤਰੱਕੀ ਵਿੱਚ ਕੋਈ ਰੋਕ ਪੈਂਦੀ ਹੈ। ਰੂੜੀਵਾਦੀ ਸਿੱਖਾਂ ਨੇ ਇਸ ਨੂੰ ਚਲਾਕ ਹਿੰਦੂ ਸਰਕਾਰ ਦੀ ਇੱਕ ਚਾਲ ਹੀ ਸਮਝਿਆ। 1948 ਵਿੱਚ ਸਰਕਾਰ ਨੇ 2 ਕਦਮ ਐਸੇ ਉਠਾਏ ਜਿਸ ਨਾਲ ਸਿੱਖ ਰਾਜ ਦਾ ਸੰਕਲਪ ਵਧਿਆ ਫੁੱਲਿਆ। ਪੰਜਾਬ ਦੀਆਂ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਬਣਾ ਦਿੱਤਾ ਗਿਆ। ਪੈਪਸੂ ਦਾ ਰਾਜ ਪ੍ਰਮੁੱਖ ਸੁਜੀਲਾ ਸੁਨੱਖਾ ਸਿੱਖ ਮਹਾਰਾਜਾ ਯਾਦਵਿੰਦਰ ਸਿੰਘ ਬਣਾਇਆ ਗਿਆ ਤੇ ਇੱਕ ਸਿੱਖ ਕੁਲੀਨ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣਿਆ। ਇਸ ਰਾਜ ਦੀ ਬਹੁ ਗਿਣਤੀ ਵੀ ਸਿੱਖਾਂ ਦੀ ਹੀ ਸੀ। ਸਿੱਖ ਰਿਆਸਤਾਂ ਦੇ ਵਿਚਾਰ ਨੂੰ ਹਕੀਕਤ ਵਿੱਚ ਬਦਲਣ ਲਈ ਹੁਣ ਇਹਦੇ ਨਾਲ ਸਿਰਫ ਸਿੱਖ ਬਹੁ ਗਿਣਤੀ ਵਾਲੇ ਜ਼ਿਲ੍ਹੇ ਜੋੜਨ ਦੀ ਹੀ ਲੋੜ ਸੀ। ਦੂਸਰਾ ਕਦਮ ਸਰਕਾਰ ਨੇ 1957 ਵਿੱਚ ਉਠਾਇਆ, ਜਿਸ ਨਾਲ ਸਿੱਖਾਂ ਨੂੰ ਉਹ ਬਹਾਨਾ ਮਿਲ ਗਿਆ ਜਿਸ ਦੀ ਉਹ ਉਡੀਕ ਵਿੱਚ ਸਨ। ਪੰਜਾਬ ਨੂੰ 2 ਭਾਸ਼ੀ ਰਾਜ ਐਲਾਨ ਕਰ ਦਿੱਤਾ ਗਿਆ। ਪੰਜਾਬੀ ਤੇ ਹਿੰਦੀ ਦੋਵੇਂ ਹੀ ਇਸ ਦੀਆਂ ਸਰਕਾਰੀ ਭਾਸ਼ਾਵਾਂ ਬਣਾ ਦਿੱਤੀਆਂ ਗਈਆਂ। ਸਿੱਖਾਂ ਨੇ ਬੜੀ ਫੁਰਤੀ ਭਾਸ਼ਾ ਦੇ ਸਵਾਲ ਤੇ ਆਪਣਾ ਵਿਰੋਧ ਪ੍ਰਗਟ ਕੀਤਾ। ਉਹਨਾਂ ਨੇ ਦਲੀਲ ਦਿੱਤੀ ਸੀ ਕਿ ਹਰਿਆਣੇ ਨੂੰ ਛੱਡ ਕੇ ਪੰਜਾਬ ਵਿੱਚ ਜੋ ਭਾਸ਼ਾ ਬੋਲੀ ਜਾਂਦੀ ਹੈ ਉਹ ਪੰਜਾਬੀ ਹੈ ਤੇ ਪੰਜਾਬੀ ਦੀ ਵਧੇਰੇ ਸਾਹਿਤ ਵੀ ਗੁਰਮੁਖੀ ਲਿਪੀ ਵਿੱਚ ਹੈ। ਇਸ ਲਈ ਹਰਿਆਣਾ ਜੋ 1857 ਦੇ ਵਿਦਰੋਹ ਮਗਰੋਂ ਪੰਜਾਬ ਨਾਲ ਟਾਂਕ ਕੀਤਾ ਗਿਆ ਸੀ ਤੇ ਵਧੇਰੇ ਕਰਕੇ ਅਣਉਪਜਾਊ ਰਤੀਲਾ ਖੇਤਰ ਹੈ, ਵੱਖ ਕਰਕੇ ਪੂਰਬ ਦੇ ਗੁਆਂਢੀ ਪ੍ਰਾਂਤਾਂ ਨਾਲ ਜੋੜਿਆ ਜਾਵੇ ਤੇ ਗੁਰਮੁਖੀ ਲਿਪੀ ਵਿੱਚ ਪੰਜਾਬ ਨੂੰ ਰਾਜ ਦੀ ਇੱਕੋ ਇੱਕ ਸਰਕਾਰੀ ਭਾਸ਼ਾ ਬਣਾਇਆ ਜਾਵੇ। ਇਹ ਸਾਫ਼ ਸੀ ਕਿ ਪੰਜਾਬੀ ਸੂਬਾ ਜਿਵੇਂ ਸਿੱਖ ਵਸੋਂ ਦੀ ਬਹੁ ਗਿਣਤੀ ਹੋਵੇਗੀ ਤੇ ਪੰਜਾਬੀ ਬੋਲੀ ਤੇ ਸਾਹਿਤ ਦਾ ਆਧਾਰ ਸਿੱਖਾਂ ਦੀਆਂ ਪਵਿੱਤਰ ਧਾਰਮਿਕ ਰਚਨਾਵਾਂ ਹੋਣਗੀਆਂ
ਅਸਲ ਵਿੱਚ ਸੂਬੇ ਦੀ ਮੰਗ ਤਾਂ ਸਿੱਖ ਬਹੁਗਿਣਤੀ ਰਾਜ ਦੀ ਮੰਗ ਸੀ, ਭਾਸ਼ਾ ਤਾਂ ਖੰਡ ਵਿੱਚ ਕੌੜੀ ਗੋਲੀ ਲਪੇਟਣ ਵਾਂਗ ਸੀ। ਕੁਝ ਸਮੇਂ ਲਈ ਅਕਾਲੀ ਤੇ ਸਰਕਾਰ ਵੀ ਛਲ ਤੋਂ ਕੰਮ ਲੈਂਦੇ ਰਹੇ ਤੇ ਸਮੱਸਿਆ ਨੂੰ ਭਾਸ਼ਾਈ ਰੰਗ ਦਿੱਤਾ ਗਿਆ। ਪੰਜਾਬ ਸਰਕਾਰ ਨੇ ਗੁਰਮੁਖੀ ਲਿਪੀ ਵਿੱਚ ਪੰਜਾਬੀ ਤੇ ਦੇਵਨਾਗਰੀ ਲਿਪੀ ਵਿੱਚ ਹਿੰਦੀ ਪ੍ਰਾਇਮਰੀ ਸਕੂਲਾਂ ਵਿੱਚ ਲਾਜ਼ਮੀ ਕਰ ਦਿੱਤੀ। ਮੁੱਖ ਮੰਤਰੀ ਭੀਮ ਸੈਨ ਸੱਚਰ ਦੇ ਫਾਰਮੂਲੇ ਨੇ ਇਹ ਦੋਸ਼ ਤਾਂ ਰੱਦ ਕਰ ਦਿੱਤਾ ਕਿ ਪੰਜਾਬੀ ਨੂੰ ਸਕੂਲਾਂ ਵਿੱਚ ਦੂਜੀ ਭਾਸ਼ਾ ਵਜੋਂ ਪੜ੍ਹਾਇਆ ਜਾਂਦਾ ਹੈ। ਅਕਾਲੀ ਖੁੱਲ੍ਹ ਕੇ ਭਾਸ਼ਾਈ ਦਲੀਲ ਨੂੰ ਪੂਰੀ ਤਰ੍ਹਾਂ ਤਿਆਗੇ ਬਿਨਾਂ ਸਿੱਖ ਬਹੁਗਿਣਤੀ ਵਾਲੇ ਰਾਜ ਦੇ ਹਾਮੀ ਹੋ ਗਏ ਤੇ ਨਾਲ ਹੀ ਉਹਨਾਂ ਪੰਜਾਬ ਨੂੰ ਇੱਕ ਭਾਸ਼ੀ ਰਾਜ ਬਣਾਉਣ ਦੀ ਮੰਗ ਕਰ ਦਿੱਤੀ। ਸੱਚਰ ਫਾਰਮੂਲੇ ਅਧੀਨ ਪੰਜਾਬ ਨੂੰ ਪੰਜਾਬੀ ਬੋਲਦੇ, ਹਿੰਦੀ ਬੋਲਦੇ ਤੇ ਦੋ ਭਾਸ਼ੀ 3 ਖੇਤਰਾਂ ਵਿੱਚ ਵੰਡ ਦਿੱਤਾ ਗਿਆ। ਪਹਿਲਾ ਭਾਗ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਫਿਰੋਜ਼ਪੁਰ, ਲੁਧਿਆਣਾ ਤੇ ਹੁਸ਼ਿਆਰਪੁਰ ਤੇ ਆਧਾਰਿਤ ਸੀ ਤੇ ਅੰਬਾਲਾ ਜ਼ਿਲ੍ਹੇ ਦੀਆਂ ਰੋਪੜ ਤੇ ਖਰੜੇ ਤਹਿਸੀਲਾਂ ਚੰਡੀਗੜ੍ਹ ਨੂੰ ਛੱਡ ਕੇ ਸ਼ਾਮਿਲ ਸਨ। ਹਿੰਦੀ ਬੋਲਦੇ ਇਲਾਕਿਆਂ ਵਿੱਚ 5 ਜ਼ਿਲ੍ਹੇ ਰੋਹਤਕ, ਗੁੜਗਾਉਂ, ਕਰਨਾਲ, ਕਾਂਗੜਾ ਤੇ ਤਹਿਸੀਲ ਸਿਰਸਾ ਤੋਂ ਬਿਨਾਂ ਹਿਸਾਰ ਤੇ ਅੰਬਾਲਾ ਦੀਆਂ ਜਗਾਦਰੀ ਤੇ ਨਾਰਾਇਣਗੜ੍ਹ ਤਹਿਸੀਲਾਂ ਸ਼ਾਮਿਲ ਸਨ। ਬਾਕੀ ਦੇ ਇਲਾਕੇ ਸਿਰਸਾ, ਅੰਬਾਲਾ, ਚੰਡੀਗੜ੍ਹ ਤੇ ਸ਼ਿਮਲਾ ਨੂੰ 2 ਭਾਸ਼ੀ ਐਲਾਨਿਆ ਗਿਆ। ਇਹ ਪ੍ਰਬੰਧ ਕੀਤਾ ਗਿਆ ਕਿ ਆਪਣੇ ਆਪਣੇ ਖੇਤਰ ਵਿੱਚ 10ਵੀਂ ਤੱਕ ਸੰਬੰਧਿਤ ਭਾਸ਼ਾ ਹੀ ਸਿੱਖਿਆ ਦਾ ਮਾਧਿਅਮ ਹੋਵੇਗੀ ਤੇ ਦੂਸਰੀ ਭਾਸ਼ਾ ਪ੍ਰਾਇਮਰੀ ਦੀ ਅਖੀਰੀ ਜਮਾਤ ਤੋਂ 10ਵੀਂ ਤੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਵੇਗੀ। ਲੜਕੀਆਂ ਨੂੰ ਵੀ ਇਹ 8ਵੀਂ ਤੱਕ ਪੜ੍ਹਾਈ ਜਾਵੇਗੀ। ਇਹ ਪ੍ਰਬੰਧ ਵੀ ਕੀਤਾ ਗਿਆ ਕਿ ਜਿਹੜੇ ਬੱਚਿਆਂ ਦੀ ਮਾਤ ਭਾਸ਼ਾ ਖੇਤਰੀ ਭਾਸ਼ਾ ਤੋਂ ਬਿਨਾਂ ਕੋਈ ਹੋਰ ਹੈ, ਜੇਕਰ ਉਹਨਾਂ ਦੀ ਗਿਣਤੀ ਸਕੂਲ ਵਿੱਚ 40 ਜਾਂ ਜਮਾਤ ਵਿੱਚ 10 ਹੈ ਤਾਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਿੱਖਿਆ ਦਿੱਤੀ ਜਾਵੇਗੀ। ਸਿੱਖਿਆ ਦੇ ਮਨੋਰਥ ਅਨੁਸਾਰ ਪੈਪਸੂ ਨੂੰ ਵੀ 2 ਭਾਗਾਂ ਵਿੱਚ ਵੰਡਿਆ ਗਿਆ। ਹਿੰਦੀ ਬੋਲਦੇ ਇਲਾਕੇ ਵਿੱਚ ਮਹਿੰਦਰਗੜ੍ਹ ਤੇ ਕੋਹਿਸਤਾਨ, ਜਿਸ ਵਿੱਚ ਡੇਰਾਬੱਸੀ ਨੂੰ ਛੱਡ ਕੇ ਛਛਰੌਲੀ ਤਹਿਸੀਲ ਵੀ ਸੀ, ਜੀਂਦ ਤੇ ਨਿਰਵਾਣਾ ਤਹਿਸੀਲਾਂ ਸ਼ਾਮਿਲ ਸਨ। ਬਾਕੀ ਸਾਰਾ ਰਾਜ ਪੰਜਾਬੀ ਖੇਤਰ ਸੀ। ਇੱਕ ਖੇਤਰ ਵਿੱਚ ਦੇਵਨਾਗਰੀ ਲਿਪੀ ਵਿੱਚ ਹਿੰਦੀ ਤੇ ਦੂਸਰੀ ਵਿੱਚ ਗੁਰਮੁਖੀ ਲਿਪੀ ਵਿੱਚ ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਗਿਆ ਤੇ ਦੋਹਾਂ ਖੇਤਰਾਂ ਵਿੱਚ ਦੂਸਰੀ ਭਾਸ਼ਾ ਚੌਥੀ ਤੋਂ ਉੱਪਰ ਲਾਜ਼ਮੀ ਕਰ ਦਿੱਤੀ ਗਈ। ਪੰਜਾਬ ਵਿੱਚ ਮਾਧਿਅਮ ਦੀ ਚੋਣ ਦਾ ਕੋਈ ਅਜਿਹਾ ਪ੍ਰਬੰਧ ਨਹੀਂ ਸੀ। ਤੇਲਗੂ ਭਾਸ਼ਾਈ ਲੋਕਾਂ ਵੱਲੋਂ ਗੜਬੜ ਕਰਨ ਪਿੱਛੋਂ ਆਂਧਰਾ ਪ੍ਰਦੇਸ਼ ਬਣਾਏ ਜਾਣ ਤੇ ਮਰਾਠੀ ਬੋਲਦੇ ਰਾਜ ਦੀ ਮੰਗ ਨੇ ਸਿੱਖਾਂ ਨੂੰ ਵੀ ਪੰਜਾਬੀ ਸੂਬੇ ਦੀ ਮੰਗ ਕਰਨ ਲਈ ਉਤਸ਼ਾਹਿਤ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਮਨੋਰਥ ਪੱਤਰ ਜਾਰੀ ਕਰ ਦਿੱਤਾ ਤੇ ਕਿਹਾ, ਲੋਕ ਰਾਜ ਦੀ ਅਸਲੀ ਪਰਖ ਇਹ ਹੈ ਕਿ ਘੱਟ ਗਿਣਤੀਆਂ ਮਹਿਸੂਸ ਕਰਨ ਕਿ ਉਹ ਸੱਚਮੁੱਚ ਹੀ ਸੁਤੰਤਰ ਹਨ ਤੇ ਆਪਣੇ ਦੇਸ਼ ਦੇ ਨਿਰਮਾਣ ਲਈ ਬਰਾਬਰ ਦੀਆਂ ਭਾਈਵਾਲ ਹਨ ਤੇ ਸਿੱਖਾਂ ਨੂੰ ਇਹ ਅਹਿਸਾਸ ਕਰਾਉਣ ਲਈ ਜ਼ਰੂਰੀ ਹੈ ਕਿ ਇੱਕ ਪੰਜਾਬੀ ਬੋਲਣ ਵਾਲਾ ਤੇ ਸੱਭਿਆਚਾਰ ਵਾਲਾ ਖੇਤਰ ਹੋਵੇ। ਇਹ ਕੇਵਲ ਵੰਡ ਤੋਂ ਪਹਿਲਾਂ ਕਾਂਗਰਸ ਵੱਲੋਂ ਦਿੱਤੇ ਵਚਨਾਂ ਤੇ ਭਰੋਸਿਆਂ ਉੱਪਰ ਹੀ ਆਧਾਰਿਤ ਨਾ ਹੋਵੇ, ਸਗੋਂ ਵਿਸ਼ਵ ਵਿਆਪੀ ਭਾਸ਼ਾਈ ਆਧਾਰ ਤੇ ਪ੍ਰਾਂਤਾਂ ਦੇ ਨਿਰਮਾਣ ਅਨੁਸਾਰ ਵੀ ਹੋਵੇ। ਸ਼੍ਰੋਮਣੀ ਅਕਾਲੀ ਦਲ ਸਾਰੇ ਭਾਰਤ ਵਿੱਚ ਭਾਸ਼ਾਈ ਤੇ ਸੱਭਿਆਚਾਰਕ ਆਧਾਰ ਤੇ ਪ੍ਰਾਂਤ ਬਣਾਉਣ ਦੇ ਹੱਕ ਵਿੱਚ ਹੈ ਤੇ ਇਹ ਵੀ ਜ਼ੋਰ ਦਿੰਦਾ ਹੈ ਕਿ ਸਿੱਖਾਂ ਲਈ ਨਵਾਂ ਪੰਜਾਬ ਜ਼ਿੰਦਗੀ ਮੌਤ ਦਾ ਸਵਾਲ ਹੈ। ਤੀਸਰਾ, ਇਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਭਰੋਸਾ ਹੈ ਕਿ ਪੰਜਾਬੀ ਬੋਲਦੇ ਪ੍ਰਾਂਤ ਨਾਲ ਸਿੱਖਾਂ ਨੂੰ ਲੋੜੀਂਦੀ ਸੁਰੱਖਿਆ ਮਿਲੇਗੀ। ਇਹ ਪੰਜਾਬੀ ਬੋਲਦੀ ਭਾਰਤ ਅੰਦਰ ਖੁਦਮੁਖਤਿਆਰ ਇਕਾਈ ਦੇ ਹੱਕ ਵਿੱਚ ਹਨ। ਇਸ ਨਾਜ਼ੁਕ ਮੋੜ ਤੇ ਪੰਜਾਬੀ ਹਿੰਦੂਆਂ ਦੀਆਂ ਆਰੀਆ ਸਮਾਜ ਨਾਲ ਸੰਬੰਧਿਤ ਸੰਸਥਾਵਾਂ ਨੇ ਖਾਸ ਕਰਕੇ ਅਤੇ ਇਸ ਦੀ ਬਰਾਬਰ ਦੀ ਸਿਆਸੀ ਸ਼ਾਖਾ ਜਨ ਸਿੰਘ ਨੇ ਬੜੀ ਸ਼ੱਕੀ ਭੂਮਿਕਾ ਨਿਭਾਈ। ਉਹਨਾਂ ਨੇ 1951 ਦੀ ਜਨਗਣਨਾ ਸਮੇਂ ਪੰਜਾਬੀ ਬੋਲਣ ਵਾਲੇ ਹਿੰਦੂਆਂ ਨੂੰ ਪੰਜਾਬੀ ਤਿਆਗਣ ਤੇ ਹਿੰਦੀ ਨੂੰ ਆਪਣੀ ਮਾਤ ਭਾਸ਼ਾ ਲਿਖਵਾਉਣ ਦੀ ਪ੍ਰੇਰਨਾ ਦੇਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਇਹ ਮੁਹਿੰਮ 1961 ਦੀ ਜਨਗਣਨਾ ਸਮੇਂ ਹੋਰ ਵੀ ਤੀਬਰਤਾ ਨਾਲ ਸ਼ੁਰੂ ਕੀਤੀ ਗਈ। ਸ਼ਾਇਦ ਉਹ ਸਿੱਖਾਂ ਦੇ ਧਾਰਮਿਕ ਕੱਟੜਵਾਦ ਤੋਂ ਡਰੇ ਹੋਏ ਸਨ ਤੇ ਮਹਿਸੂਸ ਕਰਦੇ ਸਨ ਕਿ ਸਿੱਖ ਭਾਸ਼ਾਈ ਆਧਾਰ ਤੇ ਪ੍ਰਾਂਤ ਦੀ ਪੁਨਰ ਹੱਦਬੰਦੀ ਦੀ ਮੰਗ ਆਪਣੇ ਲਾਭ ਹਿੱਤ ਨਾ ਕਰ ਲੈਣ। ਇਸ ਕਾਰਵਾਈ ਨੇ ਦੋਹਾਂ ਫਿਰਕਿਆਂ ਵਿੱਚ ਪਾੜਾ ਹੋਰ ਵਧਾ ਦਿੱਤਾ।
1953 ਦੀਆਂ ਸਰਦੀਆਂ ਵਿੱਚ ਭਾਰਤ ਸਰਕਾਰ ਨੇ ਰਾਜਾਂ ਦੇ ਪੁਨਰਗਠਨ ਲਈ ਹੱਦਬੰਦੀ ਕਮਿਸ਼ਨ ਨਿਯੁਕਤ ਕਰ ਦਿੱਤਾ। ਭਾਵੇਂ ਉਸ ਸਮੇਂ ਸਭ ਤੋਂ ਝਗੜੇ ਵਾਲੀ ਸਮੱਸਿਆ ਪੰਜਾਬ ਦੀ ਸੀ, ਇਸ ਕਮਿਸ਼ਨ ਵਿੱਚ ਵੀ ਇੱਕ ਵੀ ਸਿੱਖ ਨਿਯੁਕਤ ਨਾ ਕੀਤਾ ਗਿਆ। ਪੰਜਾਬੀ ਸੂਬੇ ਦਾ ਦਾਅਵਾ ਅਕਾਲੀਆਂ ਨੇ ਹੀ ਪੇਸ਼ ਕੀਤਾ। ਬਹੁਤ ਸਾਰੀਆਂ ਹਿੰਦੂ ਸੰਸਥਾਵਾਂ ਨੇ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਵਿੱਚ ਮਿਲਾਉਣ ਦੀ ਮੰਗ ਕਰਕੇ ਇਸ ਦਾ ਵਿਰੋਧ ਕੀਤਾ, ਜਿਸ ਵਿੱਚ ਹਿੰਦੂਆਂ ਦੀ ਗਿਣਤੀ ਵਧੇਰੇ ਸੀ। ਇਸ ਤਰ੍ਹਾਂ ਉਹਨਾਂ ਨੇ ਮਹਾਂ ਪੰਜਾਬ ਦੀ ਮੰਗ ਕਰ ਦਿੱਤੀ। ਕਮਿਸ਼ਨ, ਜਿਸ ਨੇ ਆਪਣੀ ਰਿਪੋਰਟ 2 ਸਾਲ ਬਾਅਦ ਦਿੱਤੀ, ਉਸ ਨੇ ਪੰਜਾਬੀ ਬੋਲਦੇ ਸੂਬੇ ਦੀ ਮੰਗ ਇਸ ਕਰਕੇ ਰੱਦ ਕਰ ਦਿੱਤੀ ਕਿ ਵਰਤਮਾਨ ਸਥਿਤੀ ਤੇ ਪ੍ਰਬੰਧ ਵਿੱਚ ਤਬਦੀਲੀ ਵਿੱਚ ਲੋੜੀਂਦੀ ਘੱਟੋ ਘੱਟ ਸਹਿਮਤੀ ਨਹੀਂ ਸੀ। ਮਾਸਟਰ ਤਾਰਾ ਸਿੰਘ ਨੇ ਇਸ ਰਿਪੋਰਟ ਨੂੰ ਸਿੱਖਾਂ ਦੀ ਬਰਬਾਦੀ ਆਖਿਆ। ਉਸ ਨੇ ਉੱਚੇ ਤੌਰ ਤੇ ਕਿਹਾ ਕਿ ਜੇ ਸਿੱਖ ਨਾ ਹੁੰਦੇ ਤਾਂ ਪੰਜਾਬੀ ਨੂੰ ਵੀ ਸੰਵਿਧਾਨ ਵਿੱਚ ਪ੍ਰਵਾਨਿਤ ਦੂਸਰੀਆਂ ਭਾਸ਼ਾਵਾਂ ਵਾਂਗ ਆਪਣਾ ਸੂਬਾ ਮਿਲ ਗਿਆ ਹੁੰਦਾ। ਪੰਜਾਬੀ ਸੂਬੇ ਦੀ ਮੰਗ ਨੂੰ ਸਵੀਕਾਰ ਨਾ ਕਰਨਾ ਸਿੱਖਾਂ ਨਾਲ ਵਿਤਕਰਾ ਕਰਨ ਦੇ ਬਰਾਬਰ ਸੀ। ਉਸ ਨੇ ਸ਼ਾਂਤਮਈ ਸੱਤਿਆਗ੍ਰਹਿ ਸ਼ੁਰੂ ਕਰਨ ਦੀ ਧਮਕੀ ਦਿੱਤੀ। ਹਿੰਦੂਆਂ ਨੇ ਵੀ ਆਰੀਆ ਸਮਾਜ ਤੇ ਜਨ ਸਿੰਘ ਪਾਰਟੀਆਂ ਦੀ ਅਗਵਾਈ ਵਿੱਚ ਹਿੰਦੀ ਬਚਾਓ ਮੁਹਿੰਮ ਛੇੜ ਦਿੱਤੀ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸੰਪਰਦਾਇਕ ਤਣਾਅ ਕਾਰਨ ਫਸਾਦ ਭੜਕ ਉੱਠੇ। ਪੰਜਾਬ ਸਰਕਾਰ ਨੇ ਨਾਅਰੇ ਲਾਉਣ ਤੇ ਪਾਬੰਦੀ ਲਾ ਦਿੱਤੀ। ਅਕਾਲੀਆਂ ਨੇ ਇਸ ਨੂੰ ਸ਼ਹਿਰੀ ਆਜ਼ਾਦੀ ਤੇ ਰੋਕ ਸਮਝ ਕੇ ਵਿਰੋਧ ਕੀਤਾ, ਜਿਸ ਕਾਰਨ 12,000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ। ਸੂਬੇ ਦੇ ਹੱਕ ਤੇ ਵਿਰੋਧ ਵਿੱਚ ਲਾਏ ਨਾਅਰਿਆਂ ਵਿੱਚੋਂ 2 ਨਾਅਰੇ ਉਹਨਾਂ ਦੇ ਦ੍ਰਿਸ਼ਟੀਕੋਣ ਦਾ ਸਾਰ ਪੇਸ਼ ਕਰਦੇ ਹਨ। ਹਿੰਦੀ ਹਿੰਦੁਸਤਾਨ ਦਾ ਨਾਅਰਾ ਹਿੰਦੂਆਂ ਦਾ ਸੀ। ਧੋਤੀ ਟੋਪੀ ਜਮਣਾ ਪਾਰ ਦਾ ਨਾਅਰਾ ਸਿੱਖ ਲਾਉਂਦੇ ਸਨ। ਇਸ ਅੰਦੋਲਨ ਵਿੱਚ ਗ੍ਰਿਫਤਾਰ ਨੇਤਾਵਾਂ ਵਿੱਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਤੇ ਹੁਕਮ ਸਿੰਘ ਸ਼ਾਮਿਲ ਸਨ। ਸਰਕਾਰ ਇਸ ਅਣਸੁਖਾਵੀਂ ਅਸਲੀਅਤ ਪ੍ਰਤੀ ਸੁਚੇਤ ਹੋ ਗਈ ਕਿ ਸਿੱਖਾਂ ਦੇ ਪ੍ਰਤੀਨਿਧ ਸਿੱਖ ਰਾਜ ਦੀ ਮੰਗ ਪ੍ਰਤੀ ਫਿਰ ਸਰਗਰਮ ਹੋ ਗਏ ਹਨ ਤੇ ਹਕੀਕਤ ਵਿੱਚ ਪੈਪਸੂ ਸਿੱਖਿਸਤਾਨ ਦਾ ਕੇਂਦਰ ਬਣ ਗਿਆ। ਇਸਨੇ ਪੈਪਸੂ ਤੇ ਪੰਜਾਬ ਨੂੰ ਮਿਲਾ ਦੇਣ ਦਾ ਫੈਸਲਾ ਕਰ ਦਿੱਤਾ ਤਾਂ ਜੋ ਉਸ ਰਾਜ ਵਿੱਚ ਹਿੰਦੂ ਪੱਕੇ ਤੌਰ ਤੇ ਸਿੱਖਾਂ ਦੀ 35% ਆਬਾਦੀ ਦੇ ਮੁਕਾਬਲੇ 65% ਦੀ ਬਹੁਗਿਣਤੀ ਵਿੱਚ ਹੋ ਜਾਣ। ਕਈ ਤਰ੍ਹਾਂ ਦੇ ਅਕਾਲੀ ਨੇਤਾ ਫਿਰ ਝਾਂਸੇ ਵਿੱਚ ਆ ਗਏ ਤੇ ਉਹਨਾਂ ਨੇ ਸਮਝਿਆ ਕਿ ਪੰਜਾਬੀ ਸੂਬੇ ਦੀ ਸਥਾਪਨਾ ਲਈ ਇਹ ਅਗਲਾ ਕਦਮ ਸੀ। ਇਹ ਭੁਲੇਖਾ ਰੀਜਨਲ ਫਾਰਮੂਲੇ ਨਾਲ ਪਾਇਆ ਗਿਆ, ਜਿਸ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਨੂੰ 2 ਗੁੱਟਾਂ ਵਿੱਚ ਵੰਡ ਦਿੱਤਾ ਗਿਆ। ਇੱਕ ਵਿੱਚ ਪੰਜਾਬੀ ਬੋਲਦੇ ਇਲਾਕਿਆਂ ਦੇ ਤੇ ਦੂਸਰੇ ਵਿੱਚ ਹਿੰਦੀ ਬੋਲਦੇ ਇਲਾਕਿਆਂ ਦੇ ਮੈਂਬਰ ਸਨ। ਇਹ ਤੈਅ ਹੋਇਆ ਕਿ ਕੋਈ ਵੀ ਕਦਮ ਜੋ ਉਸ ਖੇਤਰ ਨਾਲ ਸੰਬੰਧਿਤ ਹੋਵੇਗਾ, ਪਹਿਲਾਂ ਉਸ ਖੇਤਰ ਦੇ ਮੈਂਬਰਾਂ ਕੋਲ ਪ੍ਰਾਰੰਭਕ ਵਿਚਾਰ ਲਈ ਲਿਆਂਦਾ ਜਾਵੇਗਾ। ਅਕਾਲੀ ਇਤਨੇ ਸਿੱਧੜ ਨਿਕਲੇ ਕਿ ਉਹਨਾਂ ਨੇ ਇਹ ਸਮਝਿਆ ਕਿ ਪੈਪਸੂ ਦੀ ਸਮਾਪਤੀ ਤੇ ਰੀਜਨਲ ਫਾਰਮੂਲਾ ਪੰਜਾਬੀ ਸੂਬੇ ਦੀ ਜੰਗ ਵਿੱਚ ਪਹਿਲੀ ਜਿੱਤ ਸੀ। ਸੱਚਰ ਫਾਰਮੂਲੇ ਅਨੁਸਾਰ ਜ਼ਿਲ੍ਹਾ ਪੱਧਰ ਤੇ ਹੇਠਾਂ ਹਰ ਖੇਤਰ ਵਿੱਚ ਉਸ ਖੇਤਰ ਦੀ ਭਾਸ਼ਾ ਵਰਤੀ ਜਾਣੀ ਸੀ। ਅਸਲ ਵਿੱਚ ਪੰਜਾਬੀ ਗੁਰਮੁਖੀ ਲਿਪੀ ਵਿੱਚ ਤੇ ਹਿੰਦੀ ਦੇਵਨਾਗਰੀ ਭਾਸ਼ਾ ਵਿੱਚ ਲਾਗੂ ਕਰਕੇ ਪੰਜਾਬ ਨੂੰ 2 ਭਾਸ਼ੀ ਸੂਬਾ ਬਣਾ ਦਿੱਤਾ ਗਿਆ। ਪੰਜਾਬੀ ਤੇ ਹਿੰਦੀ ਦੇ ਵਿਭਾਗ ਸਥਾਪਿਤ ਕਰ ਦਿੱਤੇ ਗਏ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਲਈ ਕਦਮ ਉਠਾਏ ਗਏ। ਉਹ ਸਮੁੱਚੇ ਤੌਰ ਤੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਕੁਝ ਮਹੀਨਿਆਂ ਪਿੱਛੋਂ ਸੱਚਾਈ ਉਹਨਾਂ ਦੇ ਸਾਹਮਣੇ ਆ ਗਈ। ਪੈਪਸੂ ਦੇ ਖਾਤਮੇ ਵਿੱਚ ਸਹਿਮਤ ਹੋ ਕੇ ਉਹ ਸੂਬੇ ਦੀ ਪ੍ਰਾਪਤੀ ਤੋਂ ਹੋਰ ਦੂਰ ਹੋ ਗਏ। ਇਕਜੁੱਟਤਾ ਵਿਖਾਉਣ ਦੀ ਥਾਂ ਸਿੱਖ ਅਫਸੋਸਨਾਕ ਹਿੰਦ ਤੱਕ ਇੱਕ ਨਾ ਹੋ ਸਕੇ। ਪੰਜਾਬੀ ਸੂਬੇ ਦੀ ਮੰਗ ਵਿੱਚ ਮਾਸਟਰ ਤਾਰਾ ਸਿੰਘ ਦੇ ਮੁੱਖ ਸਮਰਥਕ ਗਿਆਨੀ ਕਰਤਾਰ ਸਿੰਘ ਤੇ ਹੁਕਮ ਸਿੰਘ ਸਨ। ਦੋਵੇਂ ਹੀ ਪੱਛਮੀ ਪੰਜਾਬ ਤੋਂ ਆਏ ਸਨ ਤੇ ਉਹਨਾਂ ਨੂੰ ਆਪਣੇ ਸਿਆਸੀ ਭਵਿੱਖ ਬਾਰੇ ਵੀ ਪੂਰਾ ਭਰੋਸਾ ਨਹੀਂ ਸੀ। ਦੋਵੇਂ ਚੁੱਪਚਾਪ ਹੋ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇੱਕ ਪੰਜਾਬ ਸਰਕਾਰ ਵਿੱਚ ਵਜ਼ੀਰ ਬਣ ਗਿਆ ਤੇ ਦੂਸਰਾ ਕੁਝ ਸਮੇਂ ਮਗਰੋਂ ਲੋਕ ਸਭਾ ਦਾ ਸਪੀਕਰ ਬਣ ਗਿਆ। ਕਾਂਗਰਸ ਦੀ ਵੀ ਉਸ ਵੇਲੇ ਖੁਸ਼ਕਿਸਮਤੀ ਸੀ ਕਿ ਉਸ ਨੂੰ ਪ੍ਰਤਾਪ ਸਿੰਘ ਕੈਰੋਂ ਵਰਗਾ ਮੁੱਖ ਮੰਤਰੀ ਮਿਲਿਆ, ਜੋ ਗਤੀਸ਼ੀਲ ਤੇ ਸ਼ਕਤੀਵਾਨ ਸੀ ਤੇ ਅਕਾਲੀਆਂ ਦਾ ਕੱਟੜ ਵਿਰੋਧੀ ਵੀ ਸੀ। ਪੰਜਾਬੀ ਸੂਬੇ ਦੀ ਮੁਹਿੰਮ ਚਲਾਉਣ ਵਾਲਾ ਮਾਸਟਰ ਤਾਰਾ ਸਿੰਘ ਇਕੱਲਾ ਹੀ ਰਹਿ ਗਿਆ ਸੀ। ਸਿੱਖ ਮਤਦਾਤਾਵਾਂ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ। 1957 ਦੀਆਂ ਆਮ ਚੋਣਾਂ ਵਿੱਚ ਭਾਵੇਂ ਕਾਂਗਰਸ ਨੂੰ
ਜਿੱਤੀ ਮਿਲ ਗਈ ਸੀ, ਪਰੰਤੂ ਅਕਾਲੀ ਸਿੱਖ ਬਹੁ-ਗਿਣਤੀ ਸਿੱਖ ਹਲਕਿਆਂ ਵਿੱਚ ਜੇਤੂ ਰਹੇ ਸਨ। 2 ਸਾਲ ਮਗਰੋਂ ਮਾਸਟਰ ਤਾਰਾ ਸਿੰਘ ਕਾਂਗਰਸ, ਕਮਿਊਨਿਸਟਾਂ ਤੇ ਪੰਜਾਬੀ ਸੂਬਾ ਵਿਰੋਧੀ ਤੱਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਰਾਉਣ ਦੇ 140 ਸੀਟਾਂ ਤੋਂ 136 ਸੀਟਾਂ ਜਿੱਤਣ ਵਿੱਚ ਸਫਲ ਰਿਹਾ ਤੇ ਇਸ ਤਰ੍ਹਾਂ ਸਿੱਧ ਕਰ ਦਿੱਤਾ ਕਿ ਸਿੱਖਾਂ ਦੀ ਬਹੁ-ਗਿਣਤੀ ਪੰਜਾਬੀ ਸੂਬੇ ਦੀ ਹਿਮਾਇਤ ਕਰਦੀ ਹੈ। ਇਸ ਜਿੱਤ ਮਗਰੋਂ ਉਤਸ਼ਾਹਿਤ ਹੋ ਕੇ ਮਾਸਟਰ ਤਾਰਾ ਸਿੰਘ ਨੇ 30 ਅਪ੍ਰੈਲ 1960 ਵਿੱਚ ਹੁਣ ਜਾਂ ਕਦੇ ਵੀ ਨਹੀਂ ਦਾ ਮਤਾ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਦਲ ਆਪਣੀ ਯੋਜਨਾ ਦੀ ਵਿਉਂਤਬੰਦੀ ਕਰ ਸਕਦਾ, ਮੁੱਖ ਮੰਤਰੀ ਕੈਰੋਂ ਨੇ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਮਾਸਟਰ ਤਾਰਾ ਸਿੰਘ ਨੇ ਅੰਦੋਲਨ ਚਲਾਉਣ ਲਈ ਗ੍ਰੰਥੀ ਤੇ ਸਮਾਜਿਕ ਕਾਰਜਕਰਤਾ ਸੰਤ ਫਤਿਹ ਸਿੰਘ ਨੂੰ ਡਿਕਟੇਟਰ ਨਿਯੁਕਤ ਕਰ ਦਿੱਤਾ। ਸੰਤ ਫਤਿਹ ਸਿੰਘ ਨੇ ਵੱਡੀ ਪੱਧਰ ਤੇ ਸ਼ਾਂਤਮਈ ਸੱਤਿਆਗ੍ਰਹਿ ਚਲਾਇਆ। ਅਕਾਲੀ ਦਲ ਅਨੁਸਾਰ 57,000 ਤੇ ਸਰਕਾਰੀ ਅੰਕੜਿਆਂ ਅਨੁਸਾਰ 23,000 ਅਕਾਲੀ ਇਸ ਅੰਦੋਲਨ ਵਿੱਚ ਜੇਲ੍ਹਾਂ ਵਿੱਚ ਗਏ। ਗੱਲ ਹੋਰ ਵੀ ਵਿਗੜ ਗਈ ਜਦੋਂ ਫਤਿਹ ਸਿੰਘ ਨੇ ਮਰਨ ਵਰਤ ਰੱਖ ਲਿਆ। ਸ਼ਾਂਤਮਈ ਮੋਰਚੇ ਤੇ ਮਰਨ ਵਰਤ 9 ਜਨਵਰੀ 1961 ਨੂੰ ਸਰਕਾਰ ਵੱਲੋਂ ਇਹ ਭਰੋਸਾ ਦੇਣ ਤੇ ਖਤਮ ਕਰ ਦਿੱਤੇ ਗਏ ਕਿ ਸਿੱਖਾਂ ਦੀਆਂ ਸ਼ਿਕਾਇਤਾਂ ਦੀ ਪੜਤਾਲ ਕੀਤੀ ਜਾਵੇਗੀ। ਆਪਣੀ ਆਮ ਸਾਫ਼ ਗੋਈ ਨਾਲ ਮਾਸਟਰ ਜੀ ਨੇ ਮੰਨਿਆ ਕਿ ਪੰਜਾਬੀ ਸੂਬੇ ਦੀ ਮੰਗ ਸਿੱਖ ਧਰਮ ਦੀ ਸੁਰੱਖਿਆ ਤੇ ਸਿੱਖਾਂ ਦੀ ਦਸ਼ਾ ਸੁਧਾਰਨ ਲਈ ਹੈ। ਭਾਸ਼ਾਈ ਮਸਲਾ ਤਾਂ ਗੌਣ ਸੀ। ਉਸਨੇ ਕਿਹਾ, ਤੁਸੀਂ ਭਾਵੇਂ ਪੰਜਾਬੀਆਂ ਨੂੰ ਸਾਰੇ ਭਾਰਤ ਦੀ ਭਾਸ਼ਾ ਬਣਾ ਦਿਓ, ਇਸ ਨਾਲ ਮਸਲਾ ਹੱਲ ਹੋ ਜਾਵੇਗਾ। ਤਾਰਾ ਸਿੰਘ ਨੇ ਮੰਗ ਬਾਰੇ ਵਿਸਥਾਰ ਨਾਲ ਦੱਸਿਆ ਤੇ ਕਿਹਾ ਕਿ ਸਿੱਖ ਬਹੁ-ਗਿਣਤੀ ਨਾਲ ਰਾਜ ਵਿੱਚ ਉਨ੍ਹਾਂ ਦੀ ਦਸ਼ਾ ਬਿਹਤਰ ਹੋਵੇਗੀ। ਇਸ ਨਾਲ ਸਰਕਾਰ ਦਾ ਗੁਰਦੁਆਰਿਆਂ ਵਿੱਚ ਦਖਲ ਬੰਦ ਹੋਵੇਗਾ, ਪੰਜਾਬੀ ਭਾਸ਼ਾ ਦੀ ਸਥਿਤੀ ਬਿਹਤਰ ਹੋਵੇਗੀ ਤੇ ਗੁਰਮੁਖੀ ਇਸ ਦੀ ਇੱਕੋ ਇੱਕ ਲਿਪੀ ਹੋਵੇਗੀ। ਇਸ ਬਿਆਨ ਨਾਲ ਤਾਰਾ ਸਿੰਘ ਤੇ ਫਤਿਹ ਸਿੰਘ ਦੇ ਮਤਭੇਦ ਉਭਰੇ। ਜਦੋਂ ਸੰਤ ਫਤਿਹ ਸਿੰਘ ਨੇ ਕਿਹਾ ਕਿ ਸਾਡੀ ਮੰਗ ਭਾਸ਼ਾਈ ਹੈ ਤਾਂ ਮਾਸਟਰ ਤਾਰਾ ਸਿੰਘ ਨੇ ਸਪਸ਼ਟ ਕਰਦਿਆਂ ਕਿਹਾ, ਸੰਤ ਫਤਿਹ ਸਿੰਘ ਧਾਰਮਿਕ ਵਿਅਕਤੀ ਹੈ, ਉਹ ਸਿਆਸਤਦਾਨ ਨਹੀਂ ਹੈ, ਉਸ ਨੂੰ ਗੁੰਮਰਾਹ ਕੀਤਾ ਗਿਆ ਹੈ। ਸਰਕਾਰ ਨਾਲ ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਿਆ। ਨਹਿਰੂ ਨੇ ਇਹ ਦਲੀਲ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਪੰਜਾਬੀ ਭਾਸ਼ੀ ਰਾਜ ਦੀ ਮੰਗ ਨਾ ਮੰਨਣਾ ਸਿੱਖਾਂ ਨਾਲ ਵਿਤਕਰਾ ਹੈ। ਖਿਝ ਵਿੱਚ ਆ ਕੇ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬਾ ਦੀ ਮੰਗ ਮਨਾਉਣ ਲਈ ਮਰਨ ਵਰਤ ਰੱਖ ਲਿਆ। ਉਸਨੇ ਆਪਣਾ ਵਰਤ 15 ਅਗਸਤ 1961 ਨੂੰ ਸਵਰਨ ਮੰਦਰ ਭਵਨ ਸਮੂਹ ਵਿੱਚ ਰੱਖਿਆ। ਸਰਕਾਰ ਨਾ ਝੁਕੀ। 43 ਦਿਨਾਂ ਪਿੱਛੋਂ ਭੋਜਨ ਨਾ ਖਾਣ ਕਾਰਨ ਬਜ਼ੁਰਗ ਯੋਧੇ ਦਾ ਹੌਸਲਾ ਟੁੱਟ ਗਿਆ ਤੇ ਉਸਨੇ ਆਪ ਸਿਹੇੜੀ ਬਿਪਤਾ ਛੱਡ ਦਿੱਤੀ। ਮਾਸਟਰ ਤਾਰਾ ਸਿੰਘ ਨੇ ਆਪਣੀ ਜਾਨ ਤਾਂ ਬਚਾ ਲਈ, ਪਰ ਉਹਦੇ ਸਿਆਸੀ ਜੀਵਨ ਦੀ ਮੌਤ ਹੋ ਗਈ। ਇਸ ਨਾਲ ਸਿੱਖ ਬਹੁ-ਗਿਣਤੀ ਦੇ ਰਾਜ ਦੀ ਮੰਗ ਨੂੰ ਸਖਤ ਧੱਕਾ ਲੱਗਾ। ਉਸਨੂੰ ਅਕਾਲ ਤਖ਼ਤ ਤੇ ਤਲਬ ਕੀਤਾ ਗਿਆ ਤੇ ਉਸ ਤੇ ਸਿੱਖੀ ਸ਼ਹੀਦੀ ਪਰੰਪਰਾ ਨੂੰ ਕਲੰਕਿਤ ਕਰਨ ਦਾ ਦੋਸ਼ ਲਾਇਆ ਗਿਆ। ਉਸਨੂੰ ਸਿੱਖ ਸੰਗਤ ਦੇ 5 ਦਿਨ ਜੋੜੇ ਸਾਫ਼ ਕਰਨ ਦੀ ਤਨਖਾਹ ਲਾਈ ਗਈ। ਭਾਵੇਂ ਉਸਨੇ ਪ੍ਰਾਸ਼ਚਿਤ ਕਰ ਲਿਆ ਸੀ ਤਾਂ ਵੀ ਉਸ ਦੇ ਫਿਰਕੇ ਨੇ ਉਸਨੂੰ ਮਾਫ਼ ਨਾ ਕੀਤਾ। ਕੁਝ ਮਹੀਨਿਆਂ ਮਗਰੋਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਹਾਂ ਚੋਂ ਉਸਨੂੰ ਵੋਟਾਂ 'ਚ ਹਾਰ ਦੇ ਦਿੱਤੀ ਗਈ। ਸੰਤ ਫਤਿਹ ਸਿੰਘ ਸਿੱਖਾਂ ਦਾ ਨੇਤਾ ਬਣ ਗਏ। ਸਿੱਖ ਰਾਜ ਦੇ ਹਿਮਾਇਤੀਆਂ ਉੱਪਰ ਜਿੱਤ ਦਾ ਸਰਕਾਰ ਨੇ ਲਾਭ ਉਠਾਇਆ। ਪੰਜਾਬ ਦੇ ਸਿੱਖਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਸਰਕਾਰ ਨੇ S.R. ਦਾਸ ਦੀ ਪ੍ਰਧਾਨਗੀ ਅਧੀਨ 3 ਮੈਂਬਰੀ ਆਯੋਗ ਨਿਯੁਕਤ ਕੀਤਾ। ਅਕਾਲੀਆਂ ਨੇ ਕਮਿਸ਼ਨ ਦੇ ਮੈਂਬਰਾਂ ਅਤੇ ਇਸ ਦੀ ਨਿਯੁਕਤੀ ਦੀਆਂ ਸ਼ਰਤਾਂ ਤੇ ਬੇਭਰੋਸਗੀ ਪ੍ਰਗਟ ਕੀਤੀ ਤੇ ਇਸ ਦੀ ਕਾਰਵਾਈ ਦਾ ਬਾਈਕਾਟ ਕਰਨ ਲਈ ਕਿਹਾ। ਸਾਰੇ ਸਿੱਖ ਸਮਾਜ ਨੇ ਦਾਸ ਕਮਿਸ਼ਨ ਦੀ ਸਾਰੀ ਕਾਰਵਾਈ ਨਾਲ ਕੋਈ ਸੰਬੰਧ ਨਾ ਰੱਖ ਕੇ ਬੇਮਿਸਾਲ ਇਕਜੁੱਟਤਾ ਪ੍ਰਗਟਾਈ। 1962 ਦੀਆਂ ਆਮ ਚੋਣਾਂ ਨੇ ਸਥਿਤੀ ਵਿੱਚ ਕੋਈ ਸੁਧਾਰ ਨਾ ਲਿਆਂਦਾ। ਕਾਂਗਰਸ ਪਾਰਟੀ ਮਿਸ਼ਰਤ ਹਲਕਿਆਂ ਵਿੱਚ ਜਿੱਤ ਗਈ, ਪਰ ਪੰਜਾਬੀ ਸੂਬੇ ਦੇ ਸਮਰਥਕ ਸਿੱਖਾਂ ਦੀਆਂ ਬਹੁ-ਗਿਣਤੀ ਵੋਟਾਂ ਲੈ ਗਏ। ਅਕਾਲੀਆਂ ਦੀ ਪੰਜਾਬੀ ਸੂਬੇ ਬਾਰੇ ਇੱਕੋ ਇੱਕ ਜੱਦੋ-ਜਹਿਦ
ਕਰਨ ਤੋਂ ਪਹਿਲਾਂ ਚੀਨੀਆਂ ਨੇ ਭਾਰਤ ਦੀ ਸੀਮਾ 'ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਆਪਣਾ ਅੰਦੋਲਨ ਮੁਲਤਵੀ ਕਰ ਦਿੱਤਾ ਤੇ ਉਹ ਬੜੇ ਉਤਸ਼ਾਹ ਨਾਲ ਮੁਲਕ ਦੀ ਸੁਰੱਖਿਆ ਲਈ ਅੱਗੇ ਵਧੇ। 27 ਮਈ 1964 ਵਿੱਚ ਆਪਣੀ ਮੌਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨੇ ਸਿੱਖ ਜਨਤਾ ਦੇ ਜਜ਼ਬਾਤਾਂ ਦੀ ਧਾਹ ਪਾ ਲਈ ਸੀ ਤੇ ਉਸ ਨੂੰ ਪੰਜਾਬੀ ਸੂਬੇ ਦੀ ਵਿਰੋਧਤਾ ਕਰਨ ਵਿੱਚ ਹੁਣ ਕੋਈ ਸਿਆਣਪ ਨਾ ਦਿਖਾਈ ਦਿੱਤੀ। ਰਾਜਪੁਰਾ ਵਿੱਚ ਇੱਕ ਭਾਸ਼ਣ ਦਿੰਦਿਆਂ ਉਸ ਨੇ ਇਹ ਗੱਲ ਮੰਨੀ ਕਿ ਪੰਜਾਬੀ ਪੰਜਾਬ ਦੀ ਪ੍ਰਮੁੱਖ ਭਾਸ਼ਾ ਹੈ ਤੇ ਉਸ ਨੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਨੂੰ ਇੱਕ ਭਾਸ਼ੀ ਘੋਸ਼ਿਤ ਕਰੇ। ਉਸ ਸਮੇਂ ਕੈਰੋਂ ਦੀ ਸਥਿਤੀ ਡਾਵਾਂਡੋਲ ਸੀ। ਉਸ ਵਿਰੁੱਧ ਭ੍ਰਿਸ਼ਟਾਚਾਰ ਤੇ ਕੁੰਭਾ ਪਰਵਰੀ ਦੇ ਇਲਜ਼ਾਮ ਲਗਾਏ ਗਏ ਸਨ। ਉਸ ਨੇ ਮਹਿਸੂਸ ਕੀਤਾ ਕਿ ਅਕਾਲੀਆਂ ਨੂੰ ਕੋਈ ਵੀ ਦਿੱਤੀ ਰਿਆਇਤ ਨੂੰ ਉਹਦੀ ਕਮਜ਼ੋਰੀ ਸਮਝਿਆ ਜਾਵੇਗਾ ਤੇ ਉਸ ਦੀ ਮੁੱਖ ਮੰਤਰੀ ਦੀ ਗੱਦੀ ਲਈ ਇਹ ਖਤਰਾ ਬਣ ਜਾਏਗੀ। ਕੈਰੋਂ ਨੇ ਨਹਿਰੂ ਨੂੰ ਭਰੋਸਾ ਦਿੱਤਾ ਕਿ ਸੂਬੇ ਬਾਰੇ ਮੋਰਚੇ ਨੂੰ ਸਿੱਖਾਂ ਦਾ ਨਹੀਂ ਸਿਰਫ ਅਕਾਲੀਆਂ ਦਾ ਸਮਰਥਨ ਹੈ ਤੇ ਉਹਨਾਂ ਵਿੱਚ ਲੜਨ ਦੀ ਸ਼ਕਤੀ ਨਹੀਂ ਹੈ। ਨਹਿਰੂ ਦੇ ਉੱਤਰਾਧਿਕਾਰੀ ਤੇ ਉਸ ਦੇ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਨਹਿਰੂ ਦੀ ਨਾ ਮਾਨੂ ਵਾਲੀ ਨੀਤੀ ਹੀ ਜਾਰੀ ਰੱਖੀ। ਸਥਿਤੀ ਉਸ ਸਮੇਂ ਬਦਲ ਗਈ ਜਦੋਂ ਕੈਰੋਂ ਨੂੰ ਭ੍ਰਿਸ਼ਟਾਚਾਰ ਤੇ ਕੁੰਭਾ ਪਰਵਰੀ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਤਿਆਗ ਪੱਤਰ ਦੇਣ ਲਈ ਮਜਬੂਰ ਹੋਣਾ ਪਿਆ। ਵਿਦੇਸ਼ ਮੰਤਰੀ ਸਵਰਨ ਸਿੰਘ ਦੀ ਸਲਾਹ ਤੇ ਲਾਲ ਬਹਾਦਰ ਸ਼ਾਸਤਰੀ ਨੇ ਇੱਕ ਛੋਟੇ ਜਿਹੇ ਸ਼ਹਿਰ ਦੇ ਇੱਕ ਬੇਪਛਾਣ ਸਿਆਸਤਦਾਨ ਰਾਮ ਕ੍ਰਿਸ਼ਨ ਨੂੰ ਮੁੱਖ ਮੰਤਰੀ ਦੀ ਗੱਦੀ 'ਤੇ ਬਿਠਾ ਦਿੱਤਾ। ਸੰਤ ਫਤਿਹ ਸਿੰਘ ਦੀ ਅਗਵਾਈ ਵਿੱਚ ਪੰਜਾਬੀ ਸੂਬਾ ਮੋਰਚਾ ਜ਼ੋਰ ਫੜ ਗਿਆ। ਪਾਕਿਸਤਾਨ ਰੇਡੀਓ ਵੱਲੋਂ ਸਿੱਖ ਰਾਜ ਦੀ ਮੰਗ ਦੇ ਸਮਰਥਨ ਵਿੱਚ ਰੋਜ਼ਾਨਾ ਸੀਮਾ ਤੋਂ ਪਾਰ ਪ੍ਰਸਾਰਣ ਨਾਲ ਵੀ ਇਸ ਅੰਦੋਲਨ ਨੂੰ ਉਤਸ਼ਾਹ ਮਿਲਿਆ। ਭਾਰਤ ਪਾਕਿਸਤਾਨ ਵਿੱਚ ਖਿਚਾਅ ਵੱਧ ਗਿਆ। ਸੀਮਾ ਉੱਪਰ ਝੜਪਾਂ ਨੇ ਬਕਾਇਦਾ ਯੁੱਧ ਦਾ ਰੂਪ ਲੈ ਲਿਆ। 1 ਸਤੰਬਰ 1965 ਨੂੰ ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਰਿਆਸਤ ਵਿੱਚ ਛੰਭ ਜੋੜੀਆਂ ਤੋਂ ਅੰਤਰ-ਰਾਸ਼ਟਰੀ ਸੀਮਾ ਪਾਰ ਕਰ ਲਈ। 5 ਦਿਨ ਮਗਰੋਂ ਭਾਰਤੀ ਫੌਜ ਨੇ ਸੀਮਾ ਪਾਰ ਕਰਕੇ ਲਾਹੌਰ ਵੱਲ ਹਮਲਾ ਕਰਨ ਲਈ ਕੂਚ ਕਰ ਦਿੱਤਾ। ਅਕਾਲੀਆਂ ਨੇ ਇਸ ਸਥਿਤੀ ਦਾ ਕੋਈ ਲਾਭ ਨਾ ਉਠਾਇਆ, ਸਗੋਂ ਸਰਕਾਰ ਨੂੰ ਬਿਨਾਂ ਸ਼ਰਤ ਪੂਰਾ ਸਮਰਥਨ ਦਿੱਤਾ। ਇੱਕ ਵਾਰ ਫਿਰ ਸਿੱਖ ਸੈਨਿਕਾਂ ਨੇ ਪਾਕਿਸਤਾਨ ਨਾਲ ਲੋਹਾ ਲਿਆ ਤੇ ਸਿੱਖ ਕਿਸਾਨਾਂ ਨੇ ਲੜ ਰਹੇ ਫੌਜੀਆਂ ਨੂੰ ਰਣ ਖੇਤਰ ਵਿੱਚ ਰਸਦ ਪਾਣੀ ਪਹੁੰਚਾਇਆ। ਜਿਹੜੇ ਉੱਘੇ ਸੈਨਿਕਾਂ ਨੇ 22 ਦਿਨ ਦੇ ਯੁੱਧ ਵਿੱਚ ਨਾਮਣਾ ਖੱਟਿਆ, ਉਹਨਾਂ ਵਿੱਚ ਲੈਫ ਜਨਰਲ ਹਰਬਖਸ਼ ਸਿੰਘ ਸੀ। ਭਾਰਤੀ ਸੀਮਾ ਉੱਪਰ ਪਾਕਿਸਤਾਨੀ ਟੈਂਕਾਂ ਦੇ ਹਮਲੇ ਨੂੰ ਰੋਕਣ ਦਾ ਸਿਹਰਾ ਉਹਦੇ ਸਿਰ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚੋਂ ਜੰਗੀ ਸਹਾਇਤਾ ਲਈ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ ਸੀ ਤੇ ਭਾਰਤ ਦੇ ਸਭ ਤੋਂ ਵੱਧ ਸਹਾਇਤਾ ਦੇਣ ਵਾਲਿਆਂ ਜ਼ਿਲ੍ਹਿਆਂ ਵਿੱਚ ਗੰਗਾ ਨਗਰ ਦਾ ਪਹਿਲਾ ਨੰਬਰ ਸੀ, ਜਿਸ ਦੀ ਬਹੁ ਗਿਣਤੀ ਵੀ ਸਿੱਖ ਕਿਸਾਨਾਂ ਦੀ ਸੀ। ਇਸ ਤਰ੍ਹਾਂ ਚਲਾਕੀ ਨਾਲ ਸਿੱਖਾਂ ਦੀ ਬੇਵਫਾਈ ਦੇ ਇਲਜ਼ਾਮ ਫੈਲਾਉਣ ਵਾਲਿਆਂ ਦੇ ਮੂੰਹ ਆਪਣੇ ਆਪ ਬੰਦ ਹੋ ਗਏ। ਜੰਗ ਖਤਮ ਹੋਣ ਪਿੱਛੋਂ ਇੰਦਰਾ ਗਾਂਧੀ ਦੀ ਪ੍ਰਧਾਨਗੀ ਅਸੀਨ ਪੰਜਾਬੀ ਸੂਬੇ ਦੀ ਮੰਗ 'ਤੇ ਵਿਚਾਰ ਕਰਨ ਲਈ ਮੰਤਰੀ ਮੰਡਲ ਦੀ ਉਪ ਕਮੇਟੀ ਨਿਯੁਕਤ ਕੀਤੀ ਗਈ। ਪੰਜਾਬ ਤੇ ਸਿੱਖਾਂ ਨਾਲ ਆਪਣੇ ਵਤੀਰੇ ਵਿੱਚ ਸ਼੍ਰੀਮਤੀ ਗਾਂਧੀ ਨੇ ਇੱਕ ਦੂਰ ਦ੍ਰਿਸ਼ਟੀ ਵਾਲੇ ਰਾਜਸੀ ਨੇਤਾ ਦੀ ਥਾਂ ਇੱਕ ਛੋਟੇ ਜਿਹੇ ਸਿਆਸੀ ਕਾਰਕੁਨ ਦੀ ਦੋਗਲੀ ਨੀਤੀ ਅਪਣਾਈ। ਸੂਬੇ ਦੀ ਮੰਗ ਪ੍ਰਵਾਨ ਕਰਦੀ ਦਿਖਾਈ ਦਿੰਦੀ ਸ਼੍ਰੀਮਤੀ ਗਾਂਧੀ ਨੇ ਪਹਿਲਾਂ ਪੰਜਾਬ ਤੋਂ ਇਹਦੀ ਰਾਜਧਾਨੀ ਚੰਡੀਗੜ੍ਹ ਖੋਹੀ ਤੇ ਮਗਰੋਂ ਇਸ ਦੇ ਬਦਲੇ ਪੰਜਾਬ ਉੱਪਰ ਫਾਜ਼ਿਲਕਾ ਅਬੋਹਰ ਹਰਿਆਣੇ ਨੂੰ ਦੇਣ ਦੀ ਸ਼ਰਤ ਲਾ ਦਿੱਤੀ। ਭਾਵੇਂ ਇਹ ਪੰਜਾਬੀ ਬਹੁ ਗਿਣਤੀ ਵਾਲੇ ਸਨ ਤੇ ਉਹ ਹਰਿਆਣੇ ਦਾ ਨਾਲ ਲੱਗਵੇਂ ਵੀ ਨਹੀਂ ਸਨ। ਇਹਦਾ ਪ੍ਰਭਾਵ ਹੁਕਮ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਲਿਖੇ ਇੱਕ ਲੇਖ ਵਿੱਚ ਕੀਤਾ, ਜੋ 11 ਅਪ੍ਰੈਲ 1983 ਨੂੰ ਇੰਡੀਅਨ ਐਕਸਪ੍ਰੈਸ ਵਿੱਚ ਛਪਿਆ। ਸ਼੍ਰੀਮਤੀ ਗਾਂਧੀ ਨੇ ਬੜੀ ਨਿਰਲਜਤਾ ਨਾਲ ਦੋਗਲੀ ਨੀਤੀ ਦੇ ਦੋਸ਼ ਨੂੰ ਮੰਨਦਿਆਂ ਇਸ ਵਿੱਚ ਹਿੰਦੂਆਂ ਦਾ ਸਮਰਥਨ ਲੈਣ ਖਾਤਰ ਸਹੀ ਠਹਿਰਾਇਆ। ਉਸ ਨੇ ਆਪਣੀਆਂ ਯਾਦਾਂ ਮਾਈ ਟਰੁਥ ਵਿੱਚ ਲਿਖਿਆ, ਮੈਂ ਚਵਾਨ ਪਾਸ ਗਈ ਤੇ ਕਿਹਾ ਕਿ ਮੈਂ ਸੁਣਿਆ ਹੈ ਕਿ ਲੋਕ ਸਭਾ ਸਪੀਕਰ ਸਰਕਾਰ ਹੁਕਮ ਸਿੰਘ ਪੰਜਾਬੀ ਸੂਬੇ ਦੇ ਸਮਰਥਨ ਵਿੱਚ ਰਿਪੋਰਟ ਦੇ ਰਹੇ ਹਨ। ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਮੈਂ ਵੀ ਬਹੁਤ ਚਿੰਤਤ ਸੀ। ਮੈਂ ਕਈ ਲੋਕਾਂ ਕੋਲ ਗਈ। ਅਕਾਲੀ ਮੰਗ ਮੰਨ ਲੈਣ ਦਾ ਸਮਰਥਨ ਉਸ ਦ੍ਰਿਸ਼ਟੀਕੋਣ ਦਾ ਤਿਆਗ ਸੀ ਜਿਸ 'ਤੇ ਕਾਂਗਰਸ ਵਚਨਬੱਧ ਸੀ, ਤੇ ਇਹ ਹਿੰਦੂ ਸਮਰਥਕਾਂ ਨਾਲ ਬਣਾਏ ਜਾਣ ਵਾਲੇ ਸੂਬੇ ਵਿੱਚ ਧੋਖਾ ਦੇਣ ਵਾਲੀ ਗੱਲ ਹੋਵੇਗੀ। ਜੇ ਅਜਿਹਾ ਨਹੀਂ ਕਰਦੇ ਤਾਂ ਸਿੱਖ ਅੰਦੋਲਨ ਦਾ ਸਾਹਮਣਾ ਕਰਨਾ ਪਵੇਗਾ ਜੋ ਹਿੰਸਕ ਹੋਵੇਗਾ। ਇਸ ਨੇ ਭਾਸ਼ਾਈ ਆਧਾਰ 'ਤੇ ਪੰਜਾਬ ਦੀ ਪੁਨਰ ਹੱਦਬੰਦੀ ਕਰਨ ਦੀ ਸਿਫਾਰਿਸ਼ ਕੀਤੀ। 10 ਜਨਵਰੀ 1966 ਵਿੱਚ ਤਾਸ਼ਕੰਦ ਵਿੱਚ ਸ਼ਾਸਤਰੀ ਦੀ ਅਚਾਨਕ ਮੌਤ ਨਾਲ ਕੇਂਦਰੀ ਸਰਕਾਰ ਦਾ ਪੰਜਾਬੀ ਸੂਬੇ ਦੇ ਸੰਕਲਪ ਦੀ ਵਿਰੋਧਤਾ ਦਾ ਕਾਂਡ ਖਤਮ ਹੋ ਗਿਆ। ਇੰਦਰਾ ਗਾਂਧੀ ਜੋ ਸ਼ਾਸਤਰੀ ਦੀ ਉੱਤਰਾਧਿਕਾਰੀ ਵਜੋਂ ਪ੍ਰਧਾਨ ਮੰਤਰੀ ਬਣੀ ਤੇ ਜੋ ਮੁੱਢ ਵਿੱਚ ਆਪਣੇ ਪਿਤਾ ਵਾਂਗ ਹੀ ਸੂਬੇ ਦੀ ਵਿਰੋਧੀ ਸੀ, ਉਸਨੇ ਆਪਣੀ ਪਾਰਟੀ ਦੇ ਮਹਾਰਥੀਆਂ ਦੇ ਪੰਜਾਬੀ ਸੂਬੇ ਪ੍ਰਤੀ ਝੁਕਾਅ ਨੂੰ ਭਾਂਪ ਲਿਆ। ਉਸਨੇ ਇਨਸਾਫ ਪਸੰਦ ਤੇ ਨਿਰਪੱਖ ਦਿਖਾਈ ਦਿੰਦਿਆਂ ਵੀ ਅਜਿਹਾ ਪੈਂਤੜਾ ਅਪਣਾਇਆ ਤੇ ਐਸੀਆਂ ਗੋਟਾਂ ਸੁੱਟੀਆਂ ਤੇ ਚਾਲਾਂ ਚੱਲੀਆਂ ਕਿ ਪੰਜਾਬੀ ਸੂਬਾ ਸਰਕਾਰ ਕਦੇ ਸਥਿਰ ਨਾ ਰਹੇ। 10 ਮਾਰਚ 1966 ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਇੱਕ ਮਤਾ ਪਾਸ ਕਰ ਦਿੱਤਾ ਜਿਸ ਅਨੁਸਾਰ ਵਰਤਮਾਨ ਪੰਜਾਬ ਰਾਜ 'ਚੋਂ ਪੰਜਾਬੀ ਭਾਸ਼ੀ ਰਾਜ ਬਣਾਏ ਜਾਣ ਦੀ ਹਿਮਾਇਤ ਕੀਤੀ ਗਈ। ਸਰਕਾਰ ਨੂੰ ਲੋੜੀਂਦੇ ਕਦਮ ਉਠਾਉਣ ਲਈ ਬੇਨਤੀ ਕੀਤੀ ਗਈ। ਇਸ ਮਤੇ ਦੀ ਸਖਤ ਵਿਰੋਧਤਾ ਹੋਈ, ਪਰ ਕਾਂਗਰਸ ਪ੍ਰਧਾਨ ਕਾਂਗਰਸ ਜੋ ਬਾਦਸ਼ਾਹਗਰ ਕਰਕੇ ਪ੍ਰਸਿੱਧ ਸੀ ਤੇ ਜਿਸਨੇ ਸ਼੍ਰੀਮਤੀ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ, ਉਸਦੇ ਨਾਲ ਬਹੁਮਤ ਸੀ। ਉਸ ਨੇ ਦਲੀਲ ਦਿੱਤੀ ਕਿ ਪੰਜਾਬੀਆਂ ਨੂੰ ਉਸ ਰਾਸ਼ਟਰੀ ਸਿਧਾਂਤ ਦੇ ਲਾਭ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਜਿਸ ਦਾ ਆਨੰਦ ਭਾਰਤ ਦੇ ਦੂਸਰੇ ਰਾਜਾਂ ਦੇ ਲੋਕ ਮਾਣ ਰਹੇ ਹਨ ਤੇ ਆਪਣੀ ਭਾਸ਼ਾਈ ਰਾਜ ਵਿੱਚ ਰਹਿ ਕੇ ਕਾਰਜ ਕਰ ਰਹੇ ਹਨ। Y.B. ਚੌਹਾਨ ਜੋ ਸਿੱਖਾਂ ਦੀ ਪਾਕਿਸਤਾਨ ਵਿਰੁੱਧ ਜੰਗ ਵਿੱਚ ਬਿਨਾਂ ਸ਼ਰਤ ਤੋਂ ਦਿੱਤੀ ਹਿਮਾਇਤ ਤੋਂ ਪੂਰਾ ਵਾਕਿਫ ਸੀ, ਉਸਨੇ ਵੀ ਪੂਰਾ ਸਮਰਥਨ ਦਿੱਤਾ। ਉਸਨੇ ਕਿਹਾ ਕਿ ਪੰਜਾਬੀ ਸੂਬੇ ਦੀ ਮੰਗ ਬਾਰੇ ਫੈਸਲੇ ਵਿੱਚ ਇਸਦੀ ਭੂਗੋਲਿਕ ਸਥਿਤੀ ਕਰਕੇ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮੰਨਣਾ ਪਿਆ। ਉਸਨੇ ਕਿਹਾ ਕਿ ਵਰਕਿੰਗ ਕਮੇਟੀ ਨੇ ਮਤਾ ਪਾਸ ਕਰ ਦਿੱਤਾ ਹੈ ਤੇ ਹੁਣ ਸਰਕਾਰ ਨੂੰ ਤਾਂ ਇਹ ਲਾਗੂ ਕਰਨਾ ਹੀ ਪੈਣਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੇ ਫੈਸਲੇ ਨੂੰ ਭਾਰਤ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੇ ਭਾਰਤੀ ਜਨਸੰਘ ਤੋਂ ਬਿਨਾਂ ਪ੍ਰਵਾਨ ਕਰ ਲਿਆ। ਉਸਨੇ ਕਾਂਗਰਸ ਮਤੇ ਦੀ ਨਿਖੇਧੀ ਕਰਦਿਆਂ ਦੇਸ਼ ਦੀ ਏਕਤਾ ਤੇ ਯਕਜਹਿਤੀ ਦੀਆਂ ਸਮਰਥਕ ਸ਼ਕਤੀਆਂ ਲਈ ਭਾਰੀ ਧੱਕਾ ਆਖਿਆ। ਉਸ ਸਮੇਂ ਜਨਸੰਘ ਵਿੱਚ ਪੰਜਾਬੀ ਹਿੰਦੂਆਂ ਦਾ ਬੋਲਬਾਲਾ ਸੀ। ਇਸਦਾ ਪ੍ਰਧਾਨ ਬਲਰਾਜ ਮਧੋਕ ਤੇ ਪੰਜਾਬ ਇਕਾਈ ਦਾ ਪ੍ਰਧਾਨ ਡਾਕਟਰ ਬਲਦੇਵ ਪ੍ਰਕਾਸ਼ ਸੂਬੇ ਦੇ ਵਿਰੋਧ ਵਿੱਚ ਬਹੁਤ ਕੂਕਦੇ ਸਨ। ਪਾਰਟੀ ਨੇ ਜਨਤਕ ਮੁਜ਼ਾਹਰੇ ਕੀਤੇ। ਪੰਜਾਬ ਦੇ ਸ਼ਹਿਰਾਂ ਖਾਸ ਕਰਕੇ ਪਾਣੀਪਤ ਵਿੱਚ ਲੁੱਟਮਾਰ, ਅੱਗ ਲਾਉਣ ਤੇ ਖੂਨ ਖਰਾਬਾ ਹੋਇਆ। ਭਾਵੇਂ ਇਹ ਵਿਰੋਧ ਹਿੰਸਕ ਸੀ, ਪਰ ਸੂਬਾ ਵਿਰੋਧੀ ਲਹਿਰ ਥੋੜ੍ਹਾ ਚਿਰ ਹੀ ਚੱਲੀ ਕਿਉਂਕਿ ਹਰਿਆਣੇ ਤੇ ਹਿਮਾਚਲ ਦੇ ਹਿੰਦੀ ਬੋਲਦੇ ਲੋਕ ਵੀ ਇਹਦੇ ਹਿਮਾਇਤੀ ਸਨ। ਸਿਰਫ ਪੰਜਾਬੀ ਹਿੰਦੂ ਹੀ ਸਮੇਂ ਦੀ ਤੋਰ ਨਾਲ ਕਦਮ ਮਿਲਾ ਕੇ ਨਹੀਂ ਚੱਲ ਰਿਹਾ ਸੀ। ਛੇਤੀ ਹੀ ਉਨ੍ਹਾਂ ਨੂੰ ਇਹ ਸੱਚਾਈ ਸਪਸ਼ਟ ਹੋ ਗਈ ਕਿ ਆਪਣੀਆਂ ਮਾਤ ਭਾਸ਼ਾ ਤੋਂ ਮੁਨਕਰ ਹੋ ਕੇ ਉਹ ਆਪਣੀਆਂ ਜੜ੍ਹਾਂ ਕੱਟ ਰਹੇ ਹਨ, ਕਿਉਂਕਿ ਪੰਜਾਬੀ ਬੋਲਦੇ ਲੋਕ ਹੋਣ ਕਾਰਨ ਉਹ ਹਰਿਆਣਾ ਤੇ ਹਿਮਾਚਲ ਦੇ ਹਿੰਦੀ ਬੋਲਦੇ ਇਲਾਕਿਆਂ ਵਿੱਚ ਅਜਨਬੀ ਹੋ ਜਾਣਗੇ। ਜਸਟਿਸ J.C. ਸ਼ਾਹ, S. ਦੱਤ ਤੇ M. ਫਿਲਿਪ ਤੇ ਆਧਾਰਿਤ ਹੱਦਬੰਦੀ ਕਮਿਸ਼ਨ ਦੀ 23 ਅਪ੍ਰੈਲ 1966 ਨੂੰ ਇਹ ਵੇਖਣ ਲਈ ਸਥਾਪਨਾ ਕੀਤੀ ਗਈ ਕਿ ਉਹ ਵਰਤਮਾਨ ਪੰਜਾਬ ਰਾਜ ਦੇ ਹਿੰਦੀ ਤੇ ਪੰਜਾਬੀ ਖੇਤਰਾਂ ਵਿੱਚ ਜੇ ਤਬਦੀਲੀ ਦੀ ਲੋੜ ਹੋਵੇ, ਪੰਜਾਬ ਤੇ ਹਰਿਆਣੇ ਵਿੱਚ ਭਾਸ਼ਾਈ ਇਕਸਾਰਤਾ ਦੀ ਸਿਫਾਰਿਸ਼ ਕਰੇ। ਸੰਕੇਤਕ ਸ਼ਰਤਾਂ ਇਸ ਤਰ੍ਹਾਂ ਘੜੀਆਂ ਗਈਆਂ ਕਿ ਪੰਜਾਬੀ ਸੂਬੇ ਨੂੰ ਉਹਦੇ ਉਚਿਤ ਹੱਕ ਤੋਂ ਵੀ ਵੰਚਿਤ ਕੀਤਾ ਜਾ ਸਕੇ। ਉਦਾਹਰਨ ਦੇ ਤੌਰ ਤੇ ਕਮਿਸ਼ਨ ਨੂੰ 1961 ਦੀ ਜਨਗਣਨਾ ਨੂੰ ਸਾਹਮਣੇ ਰੱਖਣ ਲਈ ਕਿਹਾ ਗਿਆ, ਜਦੋਂ ਕਿ ਸਭ ਜਾਣਦੇ ਸਨ ਕਿ ਪੰਜਾਬੀ ਹਿੰਦੂਆਂ ਦੇ ਇੱਕ ਬਹੁਤ ਵੱਡੇ ਵਰਗ ਨੇ ਆਪਣੀ ਮਾਤ ਭਾਸ਼ਾ ਬਾਰੇ ਗਲਤ ਉੱਤਰ ਦਰਜ ਕਰਵਾਏ ਸਨ। 1955 ਵਿੱਚ ਵੀ ਰਾਜਾਂ ਦੇ ਹੱਦਬੰਦੀ ਕਮਿਸ਼ਨ ਨੇ ਹਿੰਦੂ ਫਿਰਕੇ ਦੇ ਇੱਕ ਵੱਡੇ ਵਰਗ ਵੱਲੋਂ ਪੰਜਾਬੀ ਭਾਸ਼ਾ ਨੂੰ ਮਾਤ ਭਾਸ਼ਾ ਮੰਨਣ ਤੋਂ ਇਨਕਾਰ ਕਰਨ ਦਾ ਉਲੇਖ ਕੀਤਾ ਸੀ।
ਇਸ ਕਾਰਨ ਪਿਛਲੀ ਜਨਗਣਨਾ ਸਮੇਂ ਹਿੰਦੀ ਪੰਜਾਬੀ ਬੋਲਦੇ ਲੋਕਾਂ ਦਾ ਵੱਖਰਾ ਸਾਰਣੀਕਰਨ ਖਤਮ ਕਰਨਾ ਪਿਆ। 1951 ਦੀਆਂ ਚੋਣਾਂ ਪਿੱਛੋਂ ਭਾਰਤੀ ਗ੍ਰਹਿ ਮੰਤਰੀ ਨੇ ਲੋਕ ਸਭਾ ਵਿੱਚ ਕਿਹਾ, ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਭਾਸ਼ਾਈ ਇਦਰਾਜ ਆਮ ਤੌਰ 'ਤੇ ਗਲਤ ਹੁੰਦੇ ਹਨ ਤੇ ਉਹਨਾਂ ਦੀ ਭਾਸ਼ਾ ਹਿੰਦੀ ਹੈ ਜਾਂ ਪੰਜਾਬੀ। 1961 ਦੀ ਜਨਗਣਨਾ ਵਿੱਚ ਇਹ ਮੁਹਿੰਮ ਹੋਰ ਵੀ ਸ਼ਕਤੀਸ਼ਾਲੀ ਤੇ ਤੇਜ਼ ਹੋ ਗਈ, ਜੋ ਕਿ ਭਰੋਸੇਯੋਗ ਨਹੀਂ ਸੀ। ਦੂਸਰੀ ਉਦਾਹਰਨ ਇਹ ਵੀ ਸੀ ਕਿ ਪਿੰਡ ਨੂੰ ਇਕਾਈ ਮੰਨਣ ਦੀ ਥਾਂ, ਜਿਵੇਂ ਕਿ ਪਹਿਲਾਂ ਤੋਂ ਪਰੰਪਰਾ ਚੱਲੀ ਆ ਰਹੀ ਸੀ, ਕਮਿਸ਼ਨ ਨੂੰ ਆਪਣੀਆਂ ਸਿਫਾਰਸ਼ਾਂ ਕਰਨ ਲਈ ਕਿਹਾ ਗਿਆ ਸੀ, ਜਿਸ ਨਾਲ ਤਹਿਸੀਲ ਨਾ ਵੰਡਣੀ ਪਵੇ। ਅਸਲੀ ਪੁਆੜੇ ਦੀ ਜੜ ਚੰਡੀਗੜ੍ਹ ਸੀ, ਜੋ ਖਰੜ ਤਹਿਸੀਲ ਵਿੱਚ ਸੀ। 1961 ਦੀ ਜਨਗਣਨਾ ਅਨੁਸਾਰ ਚੰਡੀਗੜ੍ਹ ਦੀ ਹਿੰਦੀ ਬੋਲਦੀ ਵਸੋਂ ਦੀ ਗਿਣਤੀ 55.2% ਸੀ। ਜਸਟਿਸ ਸ਼ਾਹ ਤੇ ਫਿਲਿਪ ਨੂੰ ਚੰਡੀਗੜ੍ਹ ਹਰਿਆਣੇ ਨੂੰ ਸੌਂਪ ਦੇਣ ਵਿੱਚ ਕੋਈ ਮਨੋਸੰਤਾਪ ਜਾਂ ਤੁਖਤੁਖੀ ਨਹੀਂ ਸੀ। ਐਸ ਦੱਤ ਨੇ ਸਿਫਾਰਿਸ਼ ਨਾਲ ਅਸਹਿਮਤੀ ਪ੍ਰਗਟ ਕੀਤੀ ਤੇ ਸਿਫਾਰਿਸ਼ ਕੀਤੀ ਕਿ ਇਹ ਪੰਜਾਬ ਨੂੰ ਦਿੱਤਾ ਜਾਵੇ। ਬਹੁਗਿਣਤੀ ਦੀ ਰਿਪੋਰਟ, ਜਿਸ ਵਿੱਚ ਚੰਡੀਗੜ੍ਹ, ਜੋ ਵਿਸ਼ੇਸ਼ ਕਰਕੇ ਪੰਜਾਬ ਦੀ ਰਾਜਧਾਨੀ ਦੇ ਤੌਰ 'ਤੇ ਹੀ ਬਣਾਇਆ ਗਿਆ ਸੀ, ਹਰਿਆਣੇ ਨੂੰ ਸੌਂਪਣ ਲਈ ਕਿਹਾ ਗਿਆ, ਜਿਸ 'ਤੇ ਬਹੁਤ ਰੌਲਾ ਰੱਪਾ ਪਿਆ। ਕੇਂਦਰੀ ਸਰਕਾਰ ਨੇ ਆਪਣੇ ਬੁਣੇ ਹੋਏ ਜਾਲ 'ਚੋਂ ਨਿਕਲਣ ਦਾ ਇਹ ਰਾਹ ਲੱਭਿਆ ਕਿ ਚੰਡੀਗੜ੍ਹ ਨੂੰ ਕੇਂਦਰੀ ਇਲਾਕਾ ਮੰਨ ਲਿਆ ਜਾਵੇ ਤੇ ਦੋਵੇਂ ਰਿਆਸਤਾਂ ਇਸ ਨੂੰ ਆਪਣੀ ਰਾਜਧਾਨੀ ਬਣਾ ਕੇ ਵਰਤਣ। ਇਸ ਤਰ੍ਹਾਂ ਪੰਜਾਬੀ ਸੂਬੇ ਦੀ ਮੰਗ ਤਾਂ ਮੰਨ ਲਈ ਗਈ, ਪਰ ਇਸ ਦੀ ਇਕੱਲੇ ਦੀ ਆਪਣੀ ਕੋਈ ਰਾਜਧਾਨੀ ਨਹੀਂ ਰਹੀ। ਪੰਜਾਬ ਨੂੰ 20,254 ਵਰਗ ਮੀਲ ਇਲਾਕਾ ਦਿੱਤਾ ਗਿਆ, ਜਿਸ ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਕਪੂਰਥਲਾ ਤੇ ਕੁਝ ਭਾਗ ਗੁਰਦਾਸਪੁਰ, ਅੰਬਾਲਾ ਤੇ ਸੰਗਰੂਰ ਦੇ ਸ਼ਾਮਿਲ ਸਨ। ਇਸ ਦੀ ਵਸੋਂ 11,584 ਲੱਖ ਦੀ ਸੀ, ਜਿਸ ਵਿੱਚੋਂ 56 ਤੋਂ 60% ਸਿੱਖ ਸਨ। ਹਰਿਆਣਾ ਨੂੰ 16,835 ਵਰਗ ਮੀਲ ਦਾ ਇਲਾਕਾ ਮਿਲਿਆ। ਉਸ ਦੀ ਵਸੋਂ 75,027 ਲੱਖ ਸੀ, ਜਿਸ ਵਿੱਚ ਸਿੱਖਾਂ ਦੀ ਵਸੋਂ 5% ਸੀ। ਹਿਮਾਚਲ 10,215 ਵਰਗ ਮੀਲ 'ਤੇ ਆਧਾਰਿਤ ਸੀ। ਇਸ ਦੀ ਵਸੋਂ 11,096 ਲੱਖ ਸੀ, ਜਿਸ ਵਿੱਚ ਸਿੱਖ ਵਸੋਂ 2% ਸੀ। ਭਾਵੇਂ ਨਵੀਆਂ ਹੱਦਾਂ ਪੂਰੀ ਤਰ੍ਹਾਂ ਲੋਕਾਂ ਦੀ ਭਾਸ਼ਾਈ ਵੰਡ ਅਨੁਸਾਰ ਨਹੀਂ ਸੀ, ਫਿਰ ਵੀ ਪੰਜਾਬੀ ਸੂਬੇ ਦੀ ਸਥਾਪਨਾ ਨਾਲ ਇੱਕ ਰਾਜ ਵਿੱਚ ਸਿੱਖਾਂ ਦੀ 80% ਵਸੋਂ ਇੱਕ ਥਾਂ ਇਕੱਠੀ ਕਰਨ ਵਿੱਚ ਸਫਲਤਾ ਮਿਲ ਗਈ। ਇੱਕੋ ਇੱਕ ਹੋਰ ਥਾਂ ਜਿੱਥੇ ਸਿੱਖ ਸਮੂਹਿਕ ਰੂਪ ਵਿੱਚ ਟਿਕੇ ਹੋਏ ਸਨ, ਉਹ ਭਾਰਤ ਦੀ ਰਾਜਧਾਨੀ ਦਿੱਲੀ ਸੀ, ਜਿੱਥੇ 3 ਲੱਖ ਤੋਂ ਵਧੇਕ ਗਿਣਤੀ ਨਾਲ ਸਿੱਖ ਦਿੱਲੀ ਦੀ ਕੁੱਲ ਵਸੋਂ ਦਾ 7% ਸਨ। ਸੂਬੇ ਨੇ ਇਹਦੇ ਵਿਰੋਧੀਆਂ ਦੇ ਤੌਖਲੇ ਗਲਤ ਸਿੱਧ ਕਰ ਦਿੱਤੇ। ਹਿੰਦੂਆਂ ਤੇ ਸਿੱਖਾਂ ਵਿੱਚ ਤਣਾਅ ਵਧਣ ਦੀ ਥਾਂ ਅਚਾਨਕ ਫਿਰਕੂ ਜਜ਼ਬਾਤਾਂ ਵਿੱਚ ਸੁਖਾਵਾਂਪਣ ਆ ਗਿਆ ਤੇ ਕਈਆਂ ਸਾਲਾਂ ਦੇ ਮੋਰਚਿਆਂ ਤੇ ਪ੍ਰਤੀ ਉੱਤਰ ਦਇਆ ਵਜੋਂ ਲਾਏ ਮੋਰਚਿਆਂ ਦਾ ਪੈਦਾ ਕੀਤਾ ਜਜ਼ਬਾਤੀ ਸੰਕਟ ਟਲ ਗਿਆ। ਦੋਹਾਂ ਫਿਰਕਿਆਂ ਦੇ ਗਰਮ ਖਿਆਲੀਏ ਅਲੱਗ-ਥਲੱਗ ਪੈ ਗਏ। ਇਸ ਨਾਲ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦੀ ਮੰਗ ਦੀ ਹਵਾ ਵੀ ਨਿਕਲ ਗਈ। ਆਪਣੇ ਫਿਰਕੇ ਦੀ ਭਾਰੀ ਬਹੁਗਿਣਤੀ ਦੇ ਜਜ਼ਬਾਤ ਨੂੰ ਵਿਅਕਤ ਕਰਦਿਆਂ ਸੰਤ ਫਤਿਹ ਸਿੰਘ ਨੇ ਕਿਹਾ, ਪੰਜਾਬੀ ਸੂਬਾ ਸਾਡੀ ਆਖਰੀ ਮੰਗ ਹੈ। ਉਸਨੇ ਅੱਗੇ ਕਿਹਾ, ਮੇਰਾ ਖਿਆਲ ਹੈ ਕਿ ਅਕਾਲੀਆਂ ਦੇ ਘਟ ਰਹੇ ਧੜੇ ਦੀ ਮਾਸਟਰ ਤਾਰਾ ਸਿੰਘ ਵੱਲੋਂ ਇਹ ਫਜ਼ੂਲ ਮੰਗ ਸੀ ਤੇ ਅਮਲੀ ਰੂਪ ਵਿੱਚ ਇਹ ਹੁਣ ਠੁੱਸ ਹੋ ਗਈ ਹੈ। ਇਸ ਦੇ ਨਾਲ ਇਸ ਨੇ ਪੰਜਾਬੀ ਹਿੰਦੂਆਂ ਵਿੱਚ ਸਿੱਖ ਵਿਰੋਧੀ ਤੇ ਸੂਬਾ ਵਿਰੋਧੀ ਅੰਸ਼ਾਂ ਦੇ ਆਪੇ ਬਣਾਈ ਮਹੱਤਤਾ ਦੀ ਫੂਕ ਕੱਢ ਦਿੱਤੀ। ਇਹ ਭਾਰਤੀ ਜਨਸੰਘ ਦੀ ਲੋਕਪ੍ਰਿਯਤਾ ਵਿੱਚ ਆਏ ਨਾਟਕੀ ਨਿਘਾਰ ਤੋਂ ਪ੍ਰਗਟ ਹੁੰਦਾ ਸੀ। ਇਹ ਬਸ ਕੇਵਲ ਪੰਜਾਬ ਨੂੰ 2 ਭਾਸ਼ਾਈ ਸੂਬਾ ਬਣਾਈ ਰੱਖਣ ਤੇ ਸਕੂਲ ਵਿੱਚ ਮਾਂ-ਪਿਓ ਨੇ ਆਪਣੇ ਬੱਚਿਆਂ ਨੂੰ ਕਿਹੜੀ ਭਾਸ਼ਾ ਪੜ੍ਹਾਉਣੀ ਸੀ, ਉਹਦੀ ਮੰਗ ਲਈ ਅੰਦੋਲਨ ਕਰਨ ਜੋਗੀ ਹੀ ਰਹਿ ਗਈ ਸੀ। ਰਾਜ ਦੇ ਪੁਨਰਗਠਨ ਵਿੱਚ ਸਹਾਇਤਾ ਦੇਣ ਲਈ ਪੰਜਾਬ ਵਿੱਚ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ ਤੇ ਧਰਮਵੀਰ IAS ਨੂੰ ਗਵਰਨਰ ਬਣਾ ਕੇ ਭੇਜਿਆ ਗਿਆ। ਜਿਉਂ ਹੀ ਹੱਦਬੰਦੀ ਪੂਰੀ ਹੋ ਗਈ,
ਤਿੰਨਾਂ ਹੀ ਨਵੇਂ ਰਾਜਾਂ ਵਿੱਚ ਨਵੀਆਂ ਸਰਕਾਰਾਂ ਕਾਇਮ ਕਰ ਦਿੱਤੀਆਂ ਗਈਆਂ। ਰਾਮ ਕ੍ਰਿਸ਼ਨ ਦੀ ਥਾਂ 'ਤੇ ਗੁਰਮੁਖ ਸਿੰਘ ਮੁਸਾਫਿਰ ਮੁੱਖ ਮੰਤਰੀ ਬਣ ਗਏ। ਭਗਵਤ ਦਿਆਲ ਸ਼ਰਮਾ ਤੇ ਡਾਕਟਰ ਪਰਮਾਰ ਕਰਮਵਾਰ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣਾਏ ਗਏ। ਇਹ ਕੋਈ ਕੁਦਰਤੀ ਹੀ ਨਹੀਂ ਸੀ ਕਿ ਜਿਉਂ ਹੀ ਪੰਜਾਬ ਦੀ ਭਾਸ਼ਾ ਦੇ ਆਧਾਰ 'ਤੇ ਵੰਡ ਕੀਤੀ ਗਈ ਤਾਂ ਇਸ ਸੂਬੇ ਵਿੱਚ ਨਵੇਂ ਬਣਾਏ ਤਿੰਨਾਂ ਹੀ ਰਾਜਾਂ ਨੇ ਖੇਤੀ, ਬਾਗਬਾਨੀ ਤੇ ਉਦਯੋਗ ਵਿੱਚ ਬੜੀ ਤਰੱਕੀ ਕੀਤੀ। ਪੰਜਾਬੀ ਸੂਬੇ ਨੇ ਖੇਤੀ ਦੇ ਢੰਗਾਂ ਦੇ ਆਧੁਨਿਕੀਕਰਨ ਵਿੱਚ ਸਾਰੇ ਭਾਰਤ ਦੀ ਅਗਵਾਈ ਕੀਤੀ ਤੇ ਉਸ ਦੇ ਮਗਰ ਹਰਿਆਣਾ ਤੁਰਿਆ। ਇੱਥੋਂ ਤੱਕ ਕਿ ਪਹਾੜਾਂ ਵਿੱਚ ਘਿਰਿਆ ਹਿਮਾਚਲ ਪ੍ਰਦੇਸ਼ ਵੀ ਆਲੂਆਂ ਤੇ ਫਲਾਂ ਦੀ ਖੇਤੀ ਦਾ ਭੰਡਾਰੀ ਬਣਨ ਵਿੱਚ ਸਾਰੇ ਮੁਲਕ ਤੋਂ ਅੱਗੇ ਨਿਕਲ ਗਿਆ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦੇ 303 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।